ਆਓ ਪਿਆਰ ਨਾਲ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤਹਿ ਮੰਦਰ। ਰਤਨ ਕੋਠੜੀ ਖੁੱਲੀ ਅਨੂਪਾ। ਪਾਤਸ਼ਾਹ ਜਦੋਂ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਜਦੋਂ ਰਹਿਮਤਾਂ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਨੇ ਤੇ ਅਸੀਂ ਸਰਸ਼ਾਰ ਹੋ ਜਾਂਦੇ ਹਾਂ, ਕਪਾਟ ਖੁੱਲ ਜਾਂਦੇ ਨੇ ਸਾਡੇ। ਤੇ ਇਸ ਕਪਾਟ ਨੇ, ਇਸ ਰੁਣ ਚੁਣਕਾਰ ਨੇ ਸੌਣ ਨਹੀਂ ਦਿੱਤਾ 20 ਸਾਲ ਦੀ, ਤਾਂ ਕਿ ਪਰਿਵਾਰਕ ਜੀ ਡਿਸਟਰਬ ਨਾ ਹੋਣ। ਮੈਂ ਕਈ ਵਾਰ ਤਾਂ ਸਵਾ ਕੇ ਦੂਜੇ ਕਮਰੇ ਜਾ ਕੇ ਸੌਂਦਾ ਸੀ, ਕਿਉਂਕਿ ਮੈਨੂੰ ਪਤਾ ਨਹੀਂ ਕਦੋਂ ਬੱਤੀ ਜਲ ਜਾਣੀ। ਤੇ ਪਰਿਵਾਰ ਦਾ ਵੀ ਧੰਨਵਾਦ। ਹੁਣ ਸਿੰਘਣੀ ਸਾਡੇ ਬੈਠੇ ਇੱਥੇ। ਆਓ ਜੀ ਤੌਰ ਤੁਰੀਏ। ਤੇ ਲੰਮੇਰਾ ਪਿੰਡ ਹੈ ਇਹ ਵੀ। ਅਸੀਂ ਗੁਰਬਾਣੀ ਔਰ ਸੰਗੀਤ ਦੇ ਸੁਮੇਲ ਵਾਲੇ ਸਾਰੇ ਬੈਠੇ ਹਾਂ। ਉਹਨਾਂ ਸਾਰੇ ਸੰਗੀਤਕ ਪਹਿਲੂਆਂ ਦਾ ਅਧਿਐਨ ਵੀ ਕੀਤਾ ਹੈ। ਉਹਨਾਂ ਸੰਗੀਤਕ ਪਹਿਲੂਆਂ ਨੂੰ, ਤਾਲ ਨੂੰ ਵਿਸ਼ੇਸ਼ ਕਰਕੇ, ਰਾਗ ਨੂੰ ਵਿਸ਼ੇਸ਼ ਕਰਕੇ ਸਮਾਂ ਰਹਿੰਦਿਆਂ ਅਸੀਂ ਇਸ ਗੱਲ 'ਤੇ ਵਿਚਾਰ ਕਰਾਂਗੇ। ਪਰ ਪਹਿਲੇ ਇਸ ਗੱਲ ਦੀ ਅਸਲ ਜੋ ਗੱਲ ਹੈ, ਇਹ ਘਰ ਤਾਲ ਹਰਗਿਜ਼ ਬਿਲਕੁਲ ਨਹੀਂ ਹੈ। ਅੱਜ ਅਸੀਂ ਸਾਰੇ ਇਸ ਗੱਲ 'ਤੇ ਸਹਿਮਤ ਹੋ ਕੇ ਉੱਠਾਂਗੇ। ਇਹ ਰਾਗ ਨਹੀਂ ਹੈ, ਇਹ ਸੁਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਇੱਕ ਬੜੀ ਹੀ ਇਹੋ ਜਿਹੀ ਵਿਲੱਖਣ ਗੱਲ ਕੀਤੀ ਹੈ, ਜਿਹੜੀ ਕਿ ਦੁਨੀਆ ਤੇ ਅੱਜ ਤੱਕ ਨਹੀਂ ਹੋਈ। ਪਹਿਲੀ ਗੱਲ, ਹਾਲੇ ਤਾਂ ਅਸੀਂ ਇਸ ਨੂੰ ਹੀ ਸਮਝ ਰਹੇ ਸੀ ਕਿ ਗੁਰੂ ਸਾਹਿਬ ਨੇ ਲਿਖਿਆ ਤੇ ਕਿਵੇਂ ਹਿੰਸਿਆਂ ਦੇ ਨਾਲ ਸੰਭਾਲਿਆ। ਕਿੰਨੇ ਤੁਕੇ ਨੇ, 1 ਤੁਕੇ, 2 ਤੁਕੇ, 3 ਤੁਕੇ, 4 ਤੁਕੇ, ਤਾਂ ਕਿ ਤੁਕਾਂ 4 ਹੀ ਨੇ ਨਾ, 4 ਦੀਆਂ 5 ਨਾ ਕੋਈ ਕਰਦੇ। ਫਿਰ ਪਦਿਆਂ ਦੀ ਗਿਣਤੀ ਕੀਤੀ ਹੈ, ਪਦਿਆਂ ਤੋਂ ਸ਼ਬਦ ਬਣੇ ਨੇ, ਸ਼ਬਦਾਂ ਦੀ ਗਿਣਤੀ ਕੀਤੀ ਹੈ, ਛੰਤਾਂ ਦੀ ਗਿਣਤੀ ਕੀਤੀ ਹੈ, ਟੋਟਲ ਲਾਏ ਨੇ। ਇਹ ਪਾਤਸ਼ਾਹ ਨੇ ਲਿਖਤ ਦੀ ਸੰਭਾਲ ਕੀਤੀ ਹੈ। ਪਰ ਇਸ ਤੋਂ ਅੱਗੇ ਸਾਡੀ ਸੋਚ ਤੋਂ ਬਾਹਰ ਦੀ ਗੱਲ। ਪਰ ਮੈਂ ਹੈਰਾਨ ਹੋਣਾ, ਉਸ ਵੇਲੇ ਸੰਗਤੀ ਵਿੱਚ ਇਹ ਸਾਰੀ ਸੰਗਤੀ ਨੌਲੇਜ ਸੀ, ਸਭ ਨੂੰ ਪਤਾ ਸੀ। ਸ਼ਾਇਦ ਇਹ ਗੱਲ ਹੋਈ ਹੋਵੇ ਕਿ ਤਾਂ ਹੀ ਇਸ ਗੱਲ ਨੂੰ ਕਿਤੇ ਉਚੇਚ ਨਾਲ ਸੰਭਾਲਣ ਦੀ ਉਹ ਕੋਈ ਉਪਰਾਲਾ ਨਹੀਂ ਹੋਇਆ। ਲਿਖਤ ਦੀ ਸੰਭਾਲ ਤਾਂ ਹੈ, ਪਰ ਗੁਰੂ ਸਾਹਿਬ ਨੇ ਉਸ ਲਿਖੀ ਹੋਈ ਬਾਣੀ, ਕਿਉਂਕਿ ਬਾਣੀ ਤੁਰਕੀ ਬਾਣੀ ਹੈ, ਬਾਣੀ ਦੀ ਅਹਿਮੀਅਤ ਹੈ, ਉਸ ਨੂੰ ਬੋਲਣਾ ਕਿਵੇਂ ਹੈ। ਰੀਡਿੰਗ ਗੁਰਬਾਣੀ, ਅੰਡਰਸਟੈਂਡਿੰਗ ਗੁਰਬਾਣੀ, ਲਿਵਿੰਗ ਗੁਰਬਾਣੀ। ਜਦੋਂ ਸਤਿਕਾਰਯੋਗ ਧੁਰ ਤੋਂ ਉੱਤੇ ਤਾਂ ਕੁਛ ਨਹੀਂ ਹੈ, ਏਕੋ ਧੁਰੇ ਤੋਂ ਗੱਲ ਤੁਰੀ ਹੈ, ਧੁਰ ਕੀ ਬਾਣੀ ਹੈ। ਧੁਰ ਕੀ ਬਾਣੀ ਨੂੰ ਮੈਂ ਇਸ ਤਰ੍ਹਾਂ ਪੜ੍ਹਦਾ ਤੇ ਤੁਸੀਂ ਇਸ ਤਰ੍ਹਾਂ ਪੜ੍ਹਦੇ ਹੋ, ਤੇ ਇਹ ਕੀ ਕਰੀ ਜਾ ਰਹੇ ਹਾਂ ਅਸੀਂ। ਹਾਊ ਇਜ਼ ਦਿਸ ਪੋਸੀਬਲ? ਇਹ ਕਿਸ ਤਰ੍ਹਾਂ ਹੋ ਹੀ ਨਹੀਂ ਸਕਦਾ। ਧੁਰ ਕੀ ਬਾਣੀ ਨੂੰ ਪਾਤਸ਼ਾਹ ਨੇ ਸਾਨੂੰ ਪੜ੍ਹਨ ਦਾ ਢੰਗ ਤਰੀਕਾ ਦੱਸਿਆ। ਜਿਵੇਂ ਪੜ੍ਹਾਂਗੇ ਉਵੇਂ ਸਮਝਾਂਗੇ, ਜਿਵੇਂ ਪੜ੍ਹਾਂਗੇ ਉਵੇਂ ਗਾਇਨ ਕਰਾਂਗੇ। ਇਹ ਹੈ ਗਾਵਣਾ, ਇਹ ਹੈ ਗੁਰਬਾਣੀ ਦਾ ਪਾਠ ਕਰਨਾ। ਤੇ ਗੁਰੂ ਸਾਹਿਬ ਨੇ ਜਦੋਂ ਸਾਨੂੰ ਗੁਰਬਾਣੀ ਬਖਸ਼ਿਸ਼ ਕੀਤੀ ਤੇ ਘਰ ਨਾਲ ਹੀ ਸਵਾਇਮਾਨ ਕੀਤਾ। ਤੋ ਇਹ ਪਹਿਲੀ ਜੋ ਤੱਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਘਰ ਹੈ, ਉਹ ਸਾਨੂੰ ਨਿਰਦੇਸ਼ ਹੈ, ਡਾਇਰੈਕਟਿਵ ਹੈ ਸਾਡੇ ਵਾਸਤੇ ਇੱਕ ਮਾਰਗ ਦਰਸ਼ਨ ਹੈ ਕਿ ਗੁਰਬਾਣੀ ਦਾ ਪਾਠ ਕਿਵੇਂ ਕਰਨਾ ਹੈ ਤੇ ਗੁਰਬਾਣੀ ਦਾ ਗਾਇਨ ਕਿਵੇਂ ਕਰਨਾ ਹੈ। ਇਹ ਜੋ ਸਾਰਾ ਵਿਧਾਨ ਹੈ, ਇਸ ਦਾ ਆਧਾਰ ਕੀ ਹੈ? ਇਸ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਇਮਾਨ ਘਰ ਦੇ ਸਿਰਲੇਖ। ਅਸੀਂ ਸਿਰਲੇਖਾਂ ਤੋਂ ਬਾਅਦ ਕਿਸੇ ਲੋਕ ਗੀਤ ਵੱਲ ਨਹੀਂ ਗਏ। ਇਹ ਲੰਮੀ ਹੇਕ ਵਾਲਾ ਕੋਈ ਗੀਤ ਹੈ। ਅਸੀਂ ਕਿਸੇ ਤਾਲ ਵੱਲ ਨਹੀਂ ਗਏ, ਅਸੀਂ ਕਿਸੇ ਰਾਗ ਵੱਲ ਨਹੀਂ ਗਏ, ਅਸੀਂ ਉਸ ਸ਼ਬਦ ਦੇ, ਉਸ ਛੰਦ ਦੇ ਅੰਦਰ ਗਏ ਹਾਂ। ਘਰ ਉੱਤੇ ਸੁਭਾਇਮਾਨ ਹੈ। ਤੋ ਇਹ ਜੋ ਉਸ ਦਾ ਅਧਿਐਨ ਹੈ, ਉਹਦੇ ਵਿੱਚੋਂ ਇਹ ਪਾਤਸ਼ਾਹ ਨੇ ਬਰਕਤ ਬਖਸ਼ੀ ਹੈ।
ਘਰ ਦੀ ਇੱਕ ਬੜੀ ਹੀ ਵਿਲੱਖਣ ਉਚਾਰਨ ਔਰ ਗਿਣਤੀ ਦਾ ਸੁਮੇਲ ਹੈ। ਇਹਦੇ ਵਿੱਚ ਇਹਦੀ ਵਿਆਕਰਣ ਵੀ ਹੈ, ਕਿਉਂਕਿ ਇਹਦੀ ਵਿਆਕਰਣ ਇੱਕ ਹੋਰ ਜ਼ਰੂਰ ਮਨ 'ਚ ਰੱਖੀਏ, ਪੰਜਾਬੀ ਦੀ ਵਿਆਕਰਣ ਤੇ ਪੰਜਾਬੀ ਦੀ ਭਾਸ਼ਾ ਇਹ ਹੋਰ ਹੈ। ਗੁਰਬਾਣੀ ਦਾ ਵਿਆਕਰਣ ਤੇ ਗੁਰਬਾਣੀ ਦੀ ਭਾਸ਼ਾ ਤੇ ਗੁਰਬਾਣੀ ਦਾ ਚਲਨ ਇਹ ਹੋਰ ਹੈ। ਪੰਜਾਬੀ ਦੀ ਐਨਕਾਂ ਪਾ ਕੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਹੀ ਸਾਡੀਆਂ ਪ੍ਰੋਬਲਮਸ ਹੈ। ਗੁਰਬਾਣੀ ਵਿੱਚ ਜੋ ਘਰ ਹੈ, ਘਰ ਦਾ ਵਿਧਾਨ ਹੈ, ਇਸ ਵਿਧਾਨ ਵਿੱਚ ਉਚਾਰਨ ਅਤੇ ਗਿਣਤੀ ਦਾ, ਕਿਉਂਕਿ ਕੇਵਲ ਦੋ ਫਰਮਾਨ ਨੇ ਇਸ ਪ੍ਰਥਾਏ ਗੁਰੂ ਗ੍ਰੰਥ ਸਾਹਿਬ 'ਚ। ਪਹਿਲਾ ਫਰਮਾਨ ਅੰਗ 23 ਤੇ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ, ਅੱਗੇ ਪਾਤਸ਼ਾਹ ਬਖਸ਼ਿਸ਼ ਕਰਦੇ 2। ਜਿਹਨੂੰ ਦੂਜਾ ਉਚਾਰਨ ਕਰਨਾ ਹੈ ਉਹ 2 ਕਰਨੇ। ਤਾਂ ਇਸਦਾ ਕੋਈ ਇੰਡੀਕੇਸ਼ਨ ਹੋਰ ਨਾਲ ਚੱਲ ਜਾਏ, ਦੁਬਾਰਾ ਸ੍ਰੀ ਕਬੀਰ ਜੋ ਕਾ ਚੌਪਦਾ ਅੰਗ 524 ਤੇ ਘਰ 2 ਪਹਿਲੇ ਲਿਖਤਾ, ਦੂਜਾ ਯਾਨੀ ਦੂਜਾ ਜਿਹਨੂੰ ਬੋਲਣਾ ਹੈ ਉਹ 2। ਹੁਣ ਪਰ ਇਹ ਦੇਖਣ ਦੀ ਲੋੜ ਹੈ ਨਾ ਜੀ, ਪਹਿਲੇ ਸਾਡੇ ਕੋਲ ਜਿਹੜੇ ਆਹ 2 ਰੈਫਰੈਂਸ ਹੀ ਨੇ। ਜੇ ਦੂਜਾ ਦਾ ਮਤਲਬ 2 ਹੋਏ ਤੇ ਇਹਦਾ ਮਤਲਬ ਤੀਜਾ ਦਾ ਮਤਲਬ 3, ਚੌਥਾ ਦਾ ਮਤਲਬ 4, 5 ਦਾ ਮਤਲਬ 5ਵਾਂ। ਤਾਂ ਇਹਦਾ ਮਤਲਬ ਇਹ ਹੋਇਆ ਫਿਰ ਤਾਂ ਸਾਡੀ ਸਾਰੀ ਗੱਲ ਖੁੱਲ ਗਈ। ਪਰ ਇਸ ਤੋਂ ਪਹਿਲਾਂ ਇਹ ਦੇਖਣਾ ਹੋਵੇਗਾ ਕਿ ਸਿਰਫ ਦੂਜਾ ਨੂੰ 2 ਨੂੰ ਦੂਜਾ ਹੀ ਕਿਹਾ ਕਿ 2 ਵੀ ਹੈਗੇ ਨੇ। ਤਾਂ ਸਾਡੇ ਸਾਹਮਣੇ ਜੋ 2 ਫਰਮਾਨ ਹੀ ਨੇ, ਕੇਵਲ 2 ਨੇ, ਔਰ ਦੋਨੋਂ ਵਾਰੀ ਕਰ ਦੂਜਾ। ਇਹਨਾਂ ਨੂੰ ਹੀ ਆਪਾਂ ਵਿਚਾਰਦੇ ਹਾਂ, ਨਾਲੇ ਆਪਣਾ ਘਰ ਦੂਜੇ ਦੀ ਆਪਾਂ ਵਿਚਾਰ ਕਰਦੇ ਹਾਂ ਨਾਲ। ਦੇਖੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਧਨ ਜੋਬਨ ਅਰ ਫੁੱਲੜਾ, ਕਿਹੜੀਆਂ ਚੀਜ਼ਾਂ ਗਿਣੀਆਂ ਪਾਤਸ਼ਾਹ ਨੇ? ਧਨ ਇਹ ਥੋੜ੍ਹਾ ਚਿਰ ਹੈ, ਜੋਬਨ ਇਹ ਥੋੜ੍ਹਾ ਚਿਰ ਹੈ, ਕੋਈ ਫੁੱਲ ਇਹ ਥੋੜ੍ਹਾ ਚਿਰ ਹੈ। ਤਿੰਨੇ ਗਿਣ ਕੇ ਪਹਿਲਾ ਕਰ ਧਨ ਜੋਬਨ ਅਰ ਫੁੱਲੜਾ। ਨਾਠੀੜੇ ਦਿਨ 4 ਦਿਨਾਂ 'ਚ ਦੌੜ ਜਾਣਗੇ। ਕੀ ਦੌੜ ਜਾਏਗਾ? ਤਿੰਨਾਂ ਤੇ ਲਾਗੂ ਹੈ। ਪਹਿਲੇ ਘਰ ਦੇ ਧਨ ਵੀ ਦੌੜ ਜਾਏਗਾ, ਜੋਬਨ ਵੀ ਦੌੜ ਜਾਏਗਾ ਤੇ ਫੁੱਲ ਵੀ ਨਹੀਂ ਰਹਿਣਾ। ਇਉਂ ਸਾਰੇ ਹਰ ਤੁਕ ਵਿੱਚ 2 ਘਰ ਹੋਣਗੇ, ਘਰ ਦੂਜਾ। ਹੁਣ ਦੇਖੋ ਉਸ ਨੂੰ ਅਸੀਂ ਜਿਹੜੀ ਗੱਲ ਪਹਿਲੇ ਆਈ ਸੀ, ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ 2। ਇਹ 2 ਦਾ ਮਤਲਬ ਕੇਵਲ ਉਚਾਰਨ ਦੂਜਾ ਹੀ ਹੈ ਕਿ ਐਕਚੁਅਲੀ 2 ਨੇ? ਆਪਾਂ ਨੂੰ ਇਹ ਨਜ਼ਰ ਆਇਆ ਕਿ ਐਕਚੁਅਲੀ ਹੀ ਇਹ 2 ਨੇ। ਫਿਰ ਆਪਾਂ ਇੱਕ ਹੋਰ ਦੇਖਦੇ ਹਾਂ, ਸ੍ਰੀ ਕਬੀਰ ਜੋ ਕਾ ਚੌਪਦਾ, ਜਿੱਥੇ ਸੀ ਘਰ 2 ਦੂਜਾ। 4 ਪਾਵ 2 ਸਿੰਘ ਗੁੰਗ ਮੁਖ। ਇਹ ਸਾਰੀ ਡਿਸਕ੍ਰਿਪਸ਼ਨ ਹੈ ਵੀ ਆਹ ਹਾਲ ਹੋ ਜਾਏਗਾ ਤੇਰਾ, ਤਬ ਕੈਸੇ ਗੁਣ ਗਈ ਹੈ। ਪਹਿਲੇ ਹਾਲਾਤ ਨੇ ਸਾਰੇ, ਇੱਕ ਘਰ। ਹੁਣ ਇਸ ਦਾ ਬਿਨਾਂ ਘਰ ਦੇ ਸਮਝ ਤੋਂ ਕਿਵੇਂ ਪਾਠ ਕਰ ਲਾਂਗੇ ਆਪਾਂ? ਅਸੀਂ ਰੁਕਾਂਗੇ 4 ਪਾਵ ਤੇ, ਫਿਰ ਰੁਕਾਂਗੇ 2 ਸਿੰਘ ਤੇ। 4 ਪਾਵ 2 ਸਿੰਘ ਗੁੰਗ ਮੁਖ। ਹੁਣ ਜੇ ਤੂੰ ਹੁਣ ਬੰਦੇ ਦੀ ਜੂਨ 'ਚ ਨਹੀਂ ਸਿਮਰਦਾ ਤੇ ਫਿਰ ਜਦੋਂ ਪਾਤਸ਼ਾਹ ਨੇ ਉਹ ਇੱਕ ਹੋਰ ਆਉਂਦਾ ਨਾ, ਹਰ ਬਿਲ ਬੈਲ ਬਿਰਾਨੇ ਹੋਈ ਹੈ। ਬਿਰਾਨੇ ਮਤਲਬ ਕਿਸੇ ਪਰਾਏ ਦਾ ਤੈਨੂੰ ਮਾਰਨਾ ਹੈ, ਠੇਡਾ ਮਾਰਨਾ ਹੈ, ਸੋਟਾ ਸਿਰ 'ਚ। ਤਬ ਕਤ ਮੂਡ ਲੁਕਾਈ ਹੈ। ਫਿਰ ਸਿਰ ਕਿੱਥੇ ਛੁਪਾਏਗਾ ਆਪਣਾ, ਜੋ ਸਿਰ ਤੇ ਪੈਣਾ ਛੋਟਾ। ਉਹ 4 ਪੈਰ ਉਹ ਨੇ ਜੋ ਤੂੰ ਕੱਲ ਨੂੰ ਪਸ਼ੂ ਦੀ ਜੂਨ 'ਚ ਆਏਗਾ। 4 ਭਾਵ ਹੋਣਗੇ ਤੇਰੇ, 2 ਤੇਰੇ ਸਿੰਘ ਹੋਣਗੇ ਤੇ ਮੂੰਹ ਤੋਂ ਬੋਲ ਨਹੀਂ ਸਕੇਗਾ, ਉਦੋਂ ਗੁਣ ਗਾਏਗਾ। ਤਬ ਕੈਸੇ ਗੁਣ ਗਈ ਹੈ। 2 ਕਰ। ਉਠਤ ਬੈਠਤ ਠੇਗਾ ਪਰ ਹੈ, ਪਹਿਲਾ ਕਰ। ਤਬ ਕਤ ਮੂਡ ਲੁਕਾਈ ਹੈ। ਪਦਾ, ਪਹਿਲਾ ਪਦਾ, ਤੁਕ ਤੇ ਪਦੇ ਦਾ ਫਰਕ। ਤੁਕ ਕਿੱਥੇ ਖਤਮ ਹੋਈ? ਪਰ ਏਕੇ ਦੇ ਨਾਲ ਪਦਾ ਖਤਮ ਹੋਇਆ। ਪਹਿਲੇ ਪਦੇ ਦੀ ਸਮਾਪਤੀ ਹੋਈ। ਹੁਣ ਦੇਖੋ ਪਦਾ ਕਿਸ ਤਰ੍ਹਾਂ ਚੱਲ ਰਿਹਾ? 2 ਘਰ ਵਾਲਾ, ਘਰ ਦੂਜੇ ਦਾ ਪਦਾ। ਪਰ ਰਹਾਓ ਕਿਸ ਤਰ੍ਹਾਂ ਰਿਹਾ ਹੋਇਆ ਹੈ ਘਰ ਦੂਜੇ ਤੋਂ। ਉਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂਡ ਲੁਕਾਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ। 2 ਘਰ ਨਹੀਂ ਬਣਨੇ ਹੁਣ।
हर बिन बैल बिराने हुई है, बेगाने हत्थां चला जाएगा तू। फिर जदों पदे शुरू होंदे ने, सारो दिन डोलत बन महिया, अज हुना पेट अकई है, एक अकई है, पी अमृत आ घाने आ, ओ रज, अज तेरा पेट भरदा ही नहीं, सारे दिन तक ही खाएगा। जन भगतन को कहो ना मानो, कि ਉਹ अपनों पई है। घर ਨੂੰ ਜਦੋਂ ਸਮਝ ਲਿਆ, ਜਦੋਂ ਹੁਣ ਇਸ ਸ਼ਬਦ ਦੇ ਜੇ ਇਹ ਲੜੀਵਾਰ ਸਰੂਪ ਹੋਏ ਤੇ ਸਾਨੂੰ ਪਤਾ ਘਰ ਦੂਜਾ ਕਿਸ ਤਰ੍ਹਾਂ ਪੜ੍ਹਨਾ ਹੈ, ਨਹੀਂ ਪਾਠ ਕਰ ਸਕਦੇ ਆਪਾਂ। ਪੁਰਾਤਨ ਸਿੰਘ ਲੜੀਵਾਰ ਸਰੂਪ ਤੋਂ ਇਸ ਕਰਕੇ ਪਾਠ ਕਰਦੇ ਸੀ, ਔਰ ਇਹੀ ਕਾਰਨ ਹੈ, ਇਹ ਘਰ ਦਾ ਵਿਧਾਨ ਸੰਗਤੀ ਵਿਧਾਨ ਸੀ, ਸੰਗਤੀ ਨੌਲੇਜ ਸੀ, ਸਭ ਨੂੰ ਪਤਾ ਸੀ। ਤਾਂ ਇੱਥੋਂ ਇਹ ਹੋ ਗਿਆ ਕਿ ਦੋ ਨੂੰ ਕੇਵਲ ਦੂਜਾ ਉਚਾਰਨ ਹੀ ਨਹੀਂ ਕਰਨਾ, ਇਹਦਾ ਭਾਵ ਵੀ ਦੋ ਦੋ ਹੈ। ਤਾਂ ਸਾਡੇ ਸਾਹਮਣੇ ਸਾਰਾ ਕੁਝ ਖੁੱਲ ਗਿਆ। ਜਿੱਥੇ ਗੁਰੂ ਸਾਹਿਬ 3 ਬਖਸ਼ਿਸ਼ ਕਰਦੇ ਨੇ, ਉਸ ਦਾ ਉਚਾਰਨ ਅਸੀਂ ਕਰਾਂਗੇ ਤੀਜਾ, ਤੇ ਉਹਦੇ ਹੋਣਗੇ 3 ਘਰ, ਹੁਣੇ ਤੀਜਾ ਘਰ ਆ ਜਾਏਗਾ। ਜਿੱਥੇ 4 ਆਏਗਾ ਉੱਥੇ ਉਚਾਰਨ ਕਰਾਂਗੇ ਚੌਥਾ, ਉਹਦੇ 4 ਘਰ ਹੋਣੇ ਚਾਹੀਦੇ ਨੇ, ਆਪਾਂ ਦੇਖਾਂਗੇ। ਤਾਂ ਇੱਕ ਰਾਹ ਪੈਡਾ ਲੱਭ ਗਿਆ। ਤੋ ਜੀ ਹੁਣ ਆਪਾਂ ਇਹ ਘਰ ਕਿੱਥੇ ਨੇ ਗੁਰੂ ਗ੍ਰੰਥ ਸਾਹਿਬ 'ਚ? ਸ਼ਬਦ ਨੇ ਔਰ ਛੰਤ ਨੇ, 2 ਵੱਡੀਆਂ ਕਲਾਸੀਫਿਕੇਸ਼ਨ, 2 ਮੇਜਰ ਗੱਲਾਂ ਨੇ, ਸ਼ਬਦ ਔਰ ਛੰਤ। ਵਾਰਾਂ ਦੇ ਉੱਪਰ ਘਰ ਕਿਉਂ ਨਹੀਂ ਹੈ ਆਪਾਂ ਵਿਚਾਰਾਂਗੇ, ਸ਼ਲੋਕਾਂ ਦੇ ਉੱਪਰ ਘਰ ਕਿਉਂ ਨਹੀਂ ਆਪਾਂ ਵਿਚਾਰਾਂਗੇ, ਪਰ ਘਰ ਕਿੱਥੇ ਹੈ? ਜਾਂ ਸ਼ਬਦ ਤੇ ਨੇ ਘਰ, ਜਾਂ ਛੰਤਾਂ ਤੇ ਨੇ। ਇਸ ਕਰਕੇ ਘਰ ਸ਼ਬਦਾਂ ਦੇ ਨੇ ਤੇ ਘਰ ਛੰਤਾਂ ਦੇ ਨੇ। ਹਾਲੇ ਤੱਕ ਆਪਾਂ ਇਹੀ ਕਹਿੰਦੇ ਆ ਕਿ ਵੀ 17 ਘਰ ਨੇ, 17 ਘਰ ਨਹੀਂ ਇਕੱਲੇ ਹੈਗੇ, 17 ਘਰ ਕੇਵਲ ਸ਼ਬਦਾਂ ਦੇ ਨੇ। ਇਸ ਤੋਂ ਇਲਾਵਾ 8 ਘਰ ਹੋਰ ਛੰਤਾਂ ਦੇ ਨੇ। ਛੰਤਾਂ ਦਾ ਦੁਬਾਰਾ ਹੀ ਸ਼ੁਰੂ ਹੋ ਜਾਂਦਾ, ਛੰਤ ਘਰ ਪਹਿਲਾ, ਛੰਤ ਘਰ ਦੂਜਾ, ਜਿਵੇਂ ਘਰ ਪਹਿਲਾ ਘਰ ਦੂਜਾ। ਤਾਂ ਇਸ ਤਰ੍ਹਾਂ ਸ਼ਬਦਾਂ ਤੇ ਛੰਤਾਂ ਦੇ ਵਿੱਚ ਪਦੇ ਨੇ, ਪਦੇ ਵਿੱਚ ਤੁਕਾਂ ਨੇ, ਤੇ ਤੁਕਾਂ ਵਿੱਚ ਘਰ ਸੁਭਾਇਮਾਨ ਨੇ। ਅਸੀਂ ਪਹਿਲਾ ਨਜ਼ਾਰਾ ਤਾਂ ਘਰ 2 ਦੂਜਾ, ਤੇ ਘਰ ਦੂਜਾ 2 ਦੇ ਵਿੱਚ ਹੀ ਘਰ ਦੂਜੇ ਨੂੰ ਮੰਨ ਲਿਆ। ਹੁਣ ਆਪਾਂ ਚੱਲਦੇ ਹਾਂ ਸਾਰੀ ਤੁਕ ਵਿੱਚ ਇੱਕ ਘਰ। ਹਰ ਹਰ ਨਾਮ ਜਪਹੁ ਮਨ ਮੇਰੇ, ਕੋਈ ਇੱਕ ਘਰ। ਸਾਰੀ ਤੁਕ ਖਤਮ ਹੋ ਗਈ, ਤੁਕ ਖਤਮ ਹੋ ਗਈ ਜੀ। ਕਿ ਇੱਕ ਤੁਕ ਵਿੱਚ 2 ਘਰ ਹੋਣ, ਫਿਰ ਕਿਸ ਤਰ੍ਹਾਂ ਹੋਏਗਾ? ਹਮ ਭੀਖਕ ਭੇਖਾਰੀ ਤੇਰੇ, ਅਸੀਂ ਮੰਗਣ ਵਾਲੇ ਮੰਗਤੇ ਹਾਂ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹਮ ਦਾ ਘਰ, ਤੂੰ ਦਾ ਘਰ। ਇੱਕ ਤੁਕ ਵਿੱਚ 2 ਘਰ। ਜਿੱਥੇ ਆਪ ਜੀ ਨੂੰ ਕੋਈ ਲੱਗੇ ਇਹ ਅੱਜ ਇਹ ਕਥਾ ਨਹੀਂ ਹੈ, ਇਹ ਵਿਚਾਰ ਚਰਚਾ ਹੈ, ਤੁਸੀਂ ਹੱਥ ਖੜਾ ਕਰਿਓ ਵੀ ਮੈਨੂੰ ਸ਼ੰਕ ਹੈ ਤੇ ਮੁਬਾਰਕ ਹੈ, ਜਿਉ ਐਨੂੰ ਹੈ। ਇੱਕ ਤੁਕ ਵਿੱਚ 3 ਘਰ। ਜਾ ਹਰ ਸਿਮਰਨ ਪਿਆ, ਤਹ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ। ਜਿਸ ਹਿਰਦੇ ਵਿੱਚ, ਜਿਸ ਮਨੁੱਖ ਵਿੱਚ ਸਿਮਰਨ ਦਾ ਬਸੇਬਾ ਹੋ ਗਿਆ, ਜਹ ਹਰ ਸਿਮਰਨ ਪਿਆ, ਉਸ ਹਿਰਦੇ ਵਿੱਚੋਂ, ਉਸ ਸੋਚ ਵਿੱਚੋਂ ਦਵੈਤ, ਭੁਲੇਖੇ, ਭਰਮ, ਉਪਾਦ, ਗਤ ਕੂਚਾਂ ਪਾ ਦੇਣਗੇ, ਚਾਲੇ ਪਾ ਦੇਣਗੇ। ਗਤ ਕੀ ਤਹ, ਤਹ ਸਾਰਾ ਕੁਛ ਆ ਗਿਆ। ਜਹ ਦੇ ਜੋ ਜਹ ਉਹ ਤਹ, ਤਹ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ। ਇਹ ਉਹਦੇ ਲੱਛਣ ਨੇ ਜਿਹੜੇ ਵੱਡੇ ਭਾਗਾਂ ਨਾਲ ਉਹ ਸਿਮਰਨ ਦੇ, ਉਹ ਬਰਤਨ 'ਚ ਆਪਣੀ ਵਸਤ ਪਵਾਉਂਦੇ ਨੇ। ਤੀਜਾ ਘਰ। ਇੱਕ ਤੁਕ ਵਿਚਾਰ ਕਰ, ਊਚਨ ਊਚਾ। ਇੱਕ ਗੱਲ ਹੋ ਗਈ, ਤੇਰੇ ਮੇਰੇ ਵਿੱਚ ਕੋਈ ਹੈ ਨਹੀਂ ਪਰਦਾ, बीच न खींचा। ਤੇ ਕੋਈ ਸਾਡਾ ਰਿਲੇਸ਼ਨ ਕੀ ਹੈ? ਹਾਂ ਤੇਰਾ ਤੂੰ। ਘਰ 4 ਇੱਕ ਤੁਕ ਵਿੱਚ, ਔਰ ਇਹ ਘਰ 7ਵੇਂ ਦਾ ਹੈ। ਇਹ ਕਿਉਂਕਿ ਇੱਕ ਤੁਕ ਹੈ ਨਾ, ਦੂਜੀ ਇਹ 2 ਤੁਕੇ ਪਦ ਹੈ, ਇਹ ਘਰ 7ਵੇਂ ਦਾ ਸ਼ਬਦ ਹੈ। ਆਲ ਜਾਲ,
ਜਿਹੜੇ ਇੱਧਰਲੇ ਉੱਧਰਲੇ ਜੰਜਾਰ ਨੇ ਇਹ ਕਿਸੇ ਵਾਸਤੇ ਹੋਣਗੇ, ਮੇਰੇ ਵਾਸਤੇ ਕੋਈ ਨਹੀਂ। ਨਹੀਂ ਕਛੂ ਜੰਜਾਰਾ ਆਲ ਜਾਲ ਪਹਿਲਾ ਕਰ, ਨਹੀਂ ਕਛੂ ਜੰਜਾਰਾ, ਮੇਰੇ ਵਾਸਤੇ ਕੋਈ ਜੰਜੀਰ ਨਹੀਂ ਹੈ। ਆਹ ਬੁੱਧ ਨਹੀਂ ਭੋਰਾ, ਮੈਨੂੰ ਕੋਈ ਭੁਲੇਖਾ ਨਹੀਂ, ਇੱਕ ਮਿੰਟ ਦਾ ਵੀ ਭਰਮ ਨਹੀਂ ਮੇਰੇ ਵਾਸਤੇ। ਤਿੰਨ ਕਰ ਊਚਾ ਨ ਊਚਾ बीच न खींचा, हाँ तेरा तू मोरा। कर सतवां, तीन ओ ते चार आपे। तो हुण तुक ते पदा असीं विचारिया, डंडियां तक तुक, हिंसा आया ते पदा। जद तक हिंसा नहीं आंदा तुकां चलणगियां। कर पहले विच 22 तुकां दे पदा भी है, कर दूजे विच 20 तुकां वाला पदा वध तो वध। तो ਜਿਹੜੀਆਂ ਲੰਮੇਰੀਏ ਤੁਕਾਂ ਨੇ ਇੱਕੋ ਪਦੇ ਵਿੱਚ, ਉਹ ਘਰ ਪਹਿਲੇ ਔਰ ਘਰ ਦੂਜੇ ਦੀ ਬਾਣੀ ਹੁੰਦੀ ਹੈ। ਆਓ ਤੁਕਾਂ ਵਿੱਚ ਹੁਣ ਸਾਨੂੰ ਅਰਥ ਅਸੀਂ ਸਮਝ ਲਏ। ਜਦੋਂ ਤੱਕ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦਾ ਦਰਪਣ ਦੇ ਦਰਸ਼ਨ ਨਾ ਹੋ ਜਾਣ, ਦਾ ਅਧਿਐਨ ਨਾ ਹੋ ਜਾਏ, ਤੋ ਤੁਕਾਂ ਵਿੱਚ ਘਰ ਦੀ ਪਛਾਣ ਲਈ ਜਿਵੇਂ ਕਹਿੰਦੇ ਨੇ ਕਿ ਚੈੱਕ ਲਿਸਟ, ਸਭ ਤੋਂ ਪਹਿਲੇ ਕੀ ਦੇਖਣਾ ਹੈ? ਸਭ ਤੋਂ ਪਹਿਲੇ ਤਾਂ ਦੇਖਣਾ ਕਿ ਘਰ ਕਿਹੜਾ ਹੈ। ਨੰਬਰ 1 ਘਰ ਕਿਹੜਾ। ਇੱਕ ਇਹਨਾਂ ਨੇ ਗੱਲ ਕਹੀ ਸੀ, ਜੇ ਉੱਤੇ ਘਰ ਨਾ ਹੋਏ ਉੱਤੇ ਆਵਾਂਗੇ, ਵਿਧੀਵਤ ਆਵਾਂਗੇ। ਹਾਲੇ ਸਮਝਦੇ ਹਾਂ ਸਾਨੂੰ ਪਤਾ ਹੈ ਘਰ ਕਿਹੜਾ। ਸਾਨੂੰ ਜਿਹੜਾ ਸ਼ਬਦ ਅਸੀਂ ਦੇਖ ਰਹੇ ਹਾਂ ਸਾਨੂੰ ਪਤਾ ਘਰ ਕਿਹੜਾ। ਤਾਂ ਉਹ ਸਾਡਾ ਪਹਿਲਾ ਮਾਪਦੰਡ ਹੋਏਗਾ ਕਿ ਉਹਨੇ ਘਰ ਪੂਰੇ ਕਰਨੇ ਆ ਜਿਨ੍ਹਾਂ ਘਰ ਉੱਪਰ ਸਵਾਈਮਾਨ ਹੈ। ਘਰ ਪਤਾ ਨੰਬਰ 1। ਤੁਕ ਦੇ ਅਰਥ ਕੀ ਨੇ? ਦੂਜੀ ਗੱਲ, ਤੁਕ ਦੇ ਕੀ ਅਰਥ ਨੇ? 3 ਅੱਖਰ, ਘਰ, ਘਰ ਤੇ ਘਰ। ਇੱਥੇ ਵੀ ਪੰਜਾਬੀ ਦਾ ਘਰ ਹੋ ਜਾਂਦਾ। ਘਰ ਰਾਰਾ ਮੁਕਤਾ ਗਿਣਤੀ। ਇਸ ਤੁਕ ਵਿੱਚ 2 ਘਰ ਨੇ, ਇਸ ਤੁਕ ਵਿੱਚ 3 ਘਰ ਨੇ। ਘੱਗਾ ਰਾਰਾ ਘਰ ਲਿਖਾਂਗੇ ਆਪਾਂ। ਜਦੋਂ ਵੀ ਸਿਰਲੇਖ ਵਿੱਚ ਘਰ ਆਇਆ, ਰਾਰਾ ਔਂਕੜ ਤੋਂ ਬਿਨਾਂ ਨਹੀਂ ਆ ਸਕਦਾ। ਇਹੀ ਪਾਤਸ਼ਾਹ ਨੇ ਸੁੱਧ ਔਰ ਸੁੱਧ ਕੀਚਾ ਜਦੋਂ ਲਿਖਿਆ ਨਾ, ਆਹੀ ਕੁਝ ਕੀਤਾ। ਘੱਗਾ ਰਾਰਾ ਔਂਕੜ ਹੀ ਹੋਏਗਾ ਹਮੇਸ਼ਾ। ਜਦੋਂ ਏਕੇ ਦੇ ਨਾਲ ਆਏਗਾ ਉਦੋਂ ਬਣੇਗਾ ਘਰ ਦੂਜਾ, ਘਰ ਚੌਥਾ, ਘਰ ਪੰਜਵਾਂ, ਤੇ ਉਦੋਂ ਉਹਨੇ ਬਣਨਗੇ ਕਿ ਰਾਰਾ ਔਂਕੜ ਹੈ। ਔਂਕੜ ਦਾ ਮਤਲਬ ਘਰ ਦਾ ਵਿਧਾਨ। ਇਸ ਸ਼ਬਦ ਦੇ ਘਰ ਦਾ ਵਿਧਾਨ ਘਰ ਤੀਜਾ, ਹਮੇਸ਼ਾ ਰਾਰਾ ਔਂਕੜ। ਰਾਰਾ ਘਰ ਵਿੱਚ ਆਹੀ ਜਿਹੜੀ ਆਖਰੀ ਅੱਖਰ ਨੂੰ ਜਦੋਂ ਕੁਝ ਲੱਗਿਆ, ਉਹਦੇ ਵਿੱਚ ਇੱਕ ਹੋਰ ਸ਼ਬਦ, ਸ਼ਬਦ ਨਹੀਂ ਸ਼ਬਦ। ਅੱਛਾ, ਸ਼ਬਦ ਤੇ ਸ਼ਬਦ ਨੂੰ ਸਮਝ ਲਈਏ। ਸ਼ਬਦ ਹੈ ਗੁਰਬਾਣੀ ਦਾ ਪਦਿਆਂ ਦਾ ਸਮੂਹ। ਸ਼ਬਦ ਗੁਰ ਸ਼ਬਦ ਹੈ। ਅਸੀਂ ਸ਼ਬਦ ਸਰਵਣ ਕਰਦੇ ਹਾਂ। ਸ਼ਬਦ ਸੁਣਾਇਓ, ਸ਼ਬਦ ਨਹੀਂ। ਸ਼ਬਦ ਇੱਕ ਵਰਡ ਹੈ, ਸ਼ਬਦ ਇੱਕ ਅੱਖਰਾਂ ਦਾ ਸਮੂਹ ਹੈ। ਇਹ ਘੱਗਾ ਰਾਰਾ ਸ਼ਬਦ ਹੈ, ਪਰ ਜਿਹੜਾ ਸ਼ਬਦ ਗੁਰੂ ਸਾਹਿਬ ਨੇ ਸੁਭਾਇਮਾਨ ਕੀਤਾ ਘਰ ਦੂਜੇ ਵਿੱਚ, ਉਹ ਸ਼ਬਦ ਹੈ। ਤੋ ਸ਼ਬਦ ਦੇ ਆਖਰੀ ਅੱਖਰ ਵਿੱਚ ਜਦੋਂ ਮਾਤਰਾ ਲੱਗਦੀ ਹੈ, ਉਹਦੇ ਵਿੱਚ ਇੱਕ ਹੋਰ ਸ਼ਬਦ ਛੁਪਿਆ ਹੋਇਆ। ਤੋ ਇਹ ਉਹਦੇ ਵਿੱਚ ਕੀ ਛੁਪਿਆ ਹੈ? ਰਾਰੇ ਦੀ ਸਿਹਾਰੀ ਵਿੱਚ ਘਰ ਵਿੱਚ। ਇਹ ਵੀ ਆਪਾਂ ਦੇਖਾਂਗੇ ਅੱਗੋਂ। ਚਲੋ ਹੁਣ ਆਇਆ ਕੁਐਸਚਨ ਜੀ, ਜਿਹੜਾ ਕੀ ਘਰ ਦਾ ਵਿਧਾਨ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਲਾਗੂ ਹੈ? ਇਹ ਸਾਨੂੰ ਤਾਂ ਪਤਾ ਲੱਗ ਰਿਹਾ। ਇਹ ਕੁਐਸਚਨ ਖੜਾ ਕਿੱਥੋਂ ਹੋਇਆ ਕਿ ਕਿਤੇ ਕਿਤੇ ਸਿਰਲੇਖਾਂ 'ਚ ਹੈ, ਕਿਤੇ ਸਿਰਲੇਖਾਂ 'ਚ ਨਹੀਂ ਹੈ। ਆਪਾਂ ਇਹ ਵਾਲਾ ਜੋ ਪ੍ਰਸ਼ਨ ਅੱਜ ਖੜਾ ਕੀਤਾ, ਇਹ ਪ੍ਰਸ਼ਨ ਉਦੋਂ ਖੜਾ ਹੋਇਆ ਸੀ ਜਦੋਂ ਮੈਂ ਡਾਕਟਰ ਅਮਰ ਸਿੰਘ ਜੀ ਨੂੰ ਲੱਭਿਆ ਸੀ ਕਿ ਮੈਨੂੰ ਦੇਖਣਾ ਪਏਗਾ ਕਿ ਪੁਰਾਤਨ ਹਸਤ ਲਿਖਤ ਗ੍ਰੰਥਾਂ ਵਿੱਚ ਕਦੀ ਹੈ ਇਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ 'ਚ ਤਾਂ ਨਹੀਂ ਹੈਗੇ। ਨਹੀਂ ਹੈ ਤਾਂ ਨਹੀਂ ਹੈ, ਪਰ ਕੀ ਪੁਰਾਤਨ ਹਸਤ ਲਿਖਤ ਗ੍ਰੰਥਾਂ 'ਚ ਵੀ ਹੈ ਕਿ ਨਹੀਂ ਹੈ? ਤਾਂ ਉਸ ਦੇ ਲਈ ਇਹ ਕੁਛ ਇਹ ਸੰਭਾਵਤ ਸਮੇਂ ਨੇ ਉਹਨਾਂ ਦੇ, ਤੇ ਇਹ ਪੁਰਾਤਨ ਗ੍ਰੰਥ ਜਿਹੜੇ ਨੇ ਇਹਨਾਂ ਨੂੰ ਵਾਚਣ ਦੀ ਪਾਤਸ਼ਾਹ ਨੇ ਬਿਧ ਬਣਾਈ। ਇਹ ਉਹਦੇ ਇਸ ਪ੍ਰਥਾਏ ਹੀ ਮੈਂ ਡਾਕਟਰ ਅਮਰ ਸਿੰਘ ਜੀ ਪਾਸ ਗਿਆ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ। ਫਿਰ ਪਟਿਆਲੇ ਇਹਨਾਂ ਦੇ ਘਰੇ ਗਏ, ਤੇ ਇਹ ਇਹਨਾਂ ਨੇ ਗੁਰਦੁਆਰਾ ਬਾਲ ਲੀਲਾ ਪਟਨਾ ਸਾਹਿਬ ਦਾ ਆਪਾਂ ਹੁਣ ਦਰਸ਼ਨ ਕਰਦੇ ਹਾਂ, ਜਿਹਦੇ ਵਿੱਚ ਇਹ। ਪਰ ਅਸੀਂ ਪਹਿਲੇ ਇਹ ਕਰੀਏ। ਹੁਣ ਇਹ ਦੇਖੋ,
ਆਪਾਂ ਸਿਆਹੀ ਸੁਭਾਏ ਇਹ ਹੁਣ ਅੰਗ 359 ਤੇ ਘਰ 6ਵਾਂ ਸ਼ੁਰੂ ਹੋ ਜਾਂਦਾ ਹੈ। ਇਹ ਸ਼ੁਰੂ ਹੋ ਗਿਆ ਘਰ 6ਵਾਂ। ਪਰ ਘਰ 6ਵਾਂ ਜੋ ਗੁਰੂ ਗ੍ਰੰਥ ਸਾਹਿਬ ਦਾ ਵਿਧਾਨ ਹੈ ਕਿ ਇੱਕ ਵਾਰੀ ਦੱਸਤਾ ਕਰ, ਤੇ ਉਸ ਤੋਂ ਬਾਅਦ ਅਗਲਾ ਜਿਹੜਾ ਸ਼ਬਦ ਹੈ ਇਹ ਇਸੇ ਘਰ ਵਿੱਚ ਹੈ। ਪਰ ਅਸੀਂ ਚੈੱਕ ਕਰਨਾ ਨਾ, ਅਸੀਂ ਦੇਖ ਲਾਂਗੇ। ਅਸੀਂ ਪਹਿਲੇ ਘਰ 6ਵਾਂ ਸਮਝਾਂਗੇ ਜਦੋਂ, ਤੇ ਸਾਨੂੰ ਸਾਰੇ ਨਜ਼ਰ ਆਉਣਗੇ। ਪਰ ਕੋਈ ਰੈਫਰੈਂਸ ਹੈ ਕਿ ਨਹੀਂ? ਦੇਖੋ ਪਹਿਲਾ ਸ਼ਬਦ ਹੈ ਮਨ ਮੋਤੀ ਜੇ ਗਹਿਣਾ ਹੋਵੇ। ਮਨ, ਅੱਛਾ ਹੁਣ ਦੇਖੋ ਇਹਨੂੰ ਕਿਵੇਂ ਪੜ੍ਹ ਲਾਂਗੇ ਘਰ ਤੋਂ ਬਿਨਾਂ। ਮਨ ਮੋਤੀ ਜੇ ਗਹਿਣਾ ਹੋਵੇ। ਮੋਤੀਆਂ ਦਾ ਗਹਿਣਾ ਕੀ ਹੁੰਦਾ ਹੈ? ਮਾਲਾ। ਮੋਤੀ ਦਾ ਗਹਿਣਾ ਹੋ ਜਾਏ ਜੇ ਮਨ ਮੋਤੀ ਜੇ ਗਹਿਣਾ ਹੋਵੇ। ਔਰ ਸਾਨੂੰ ਵਿੱਚ ਉਹ ਵੀ ਚਾਹੀਦਾ ਨਾ ਧਾਗਾ, ਸੂਤ ਧਾਰ ਜਿਹਦੇ ਨਾਲ ਮਾਲਾ ਬਣੇ। ਤੇ ਕੀ ਹੋਏ? ਸਾਡਾ ਸਿਮਰਨ ਪੌਣ ਹੋਵੇ ਸੂਤ ਧਾਰ। ਖੇਮਾ ਸਿਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ। ਫਿਰ ਤੋਂ ਰੱਤੀ ਗਈ ਆਪਣੀ ਲਾਲ। ਇਹ ਪਹਿਲਾ ਸ਼ਬਦ ਹੈ। ਔਰ ਇਹਦੇ ਤੇ ਇਸ ਸ਼ਬਦ ਦੇ ਘਰ 6ਵਾਂ ਇਹ ਵਾਲਾ ਉਤਾਰਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਦੂਸਰਾ ਸ਼ਬਦ ਆਇਆ ਕੀਤਾ ਹੋਵੇ ਕਰੇ ਕਰਾਇਆ ਤਿਸ ਕਿਆ ਕਹੀਏ ਭਾਈ। ਉਸ ਤੋਂ ਅਗਲਾ ਸ਼ਬਦ ਹੈ ਗੁਰ ਕਾ ਸ਼ਬਦ ਮਨੈ ਮੈਂ ਮੁੰਦਰਾ ਖਿੰਤਾ ਖਿਮਾ ਹਟਾਵੋ। ਇਹ ਇਸ ਤੋਂ ਬਾਅਦ ਅਗਲਾ ਅੰਗ ਆ ਗਿਆ ਗੁੜ ਕਰ ਗਿਆਨ ਧਿਆਨ ਕਰਤਾ ਹੋਵੇ ਕਰ ਕਰਨੀ ਕਸ ਪਾਈਏ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਸਮੇਂ ਦੇ ਕਰਕੇ ਅਸੀਂ ਇਸ ਦੇ ਵਿੱਚ ਨਹੀਂ ਜਾ ਰਹੇ। ਇਹ ਸਾਰੇ 6 ਘਰ ਨੇ ਔਰ ਪਹਿਲੀ ਤੋਂ ਕਿ 3 ਘਰ ਨੇ। ਪਰ ਦੇਖਣ ਵਾਲੀ ਗੱਲ ਹੈ ਕਿ ਇਹ ਸਾਰੇ ਜਿਹੜੇ ਆਸਾ ਮਹੱਲਾ ਪਹਿਲਾ, ਆਸਾ ਮਹੱਲਾ ਪਹਿਲਾ, ਆਸਾ ਮਹੱਲਾ ਪਹਿਲਾ, ਆਸਾ ਮਹੱਲਾ ਪਹਿਲਾ, ਆਸਾ ਘਰ 6ਵਾਂ ਮਹੱਲਾ ਪਹਿਲਾ। ਔਰ ਇੱਕ ਹੋਰ ਬੜੀ ਖੂਬਸੂਰਤ ਗੱਲ, ਘਰ ਇੰਨਾ ਮਹੱਤਵਪੂਰਨ ਹੈ ਕਿ ਮਹੱਲਾ ਤੋਂ ਉੱਪਰ ਤਾਂ ਕੁਛ ਨਹੀਂ ਨਾ। ਮਹੱਲਾ ਪਹਿਲਾ ਗੁਰੂ ਨਾਨਕ ਸੱਚੇ ਪਾਤਸ਼ਾਹ, ਮਹੱਲਾ ਪਹਿਲਾ ਘਰ 6ਵਾਂ ਪਹਿਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਗੁਰੂ ਸਾਹਿਬ ਕਹਿੰਦੇ ਨੇ ਆਸਾ ਘਰ 6ਵਾਂ ਮਹੱਲਾ ਪਹਿਲਾ। ਇਹ ਕੋਈ ਛੋਟੇ ਕੋਈ ਦਾਦਰੇ ਰੂਪਕ ਹੋ ਰਹੇ ਨੇ? ਦੇਖੋ ਆਸਾ ਘਰ 6ਵਾਂ ਮਹੱਲਾ ਪਹਿਲਾ। ਪਰ ਹੁਣ ਦੇਖੀਏ ਜਿਹੜੀ ਬਸਤ ਮੈਨੂੰ ਡਾਕਟਰ ਅਮਰ ਸਿੰਘ ਜੀ ਪਾਸੋਂ ਪ੍ਰਾਪਤ ਹੋਈ। ਆਹ ਦੇਖੋ ਤੁਸੀਂ ਰਾਗ ਆਸਾ ਮਹੱਲਾ ਪਹਿਲਾ ਘਰ 6ਵਾਂ ਮਨ ਮੋਤੀ ਜੇ ਗਹਿਣਾ ਹੋਵੇ। ਰਾਗ ਆਸਾ ਮਹੱਲਾ ਪਹਿਲਾ ਘਰ 6ਵਾਂ ਕੀਤਾ ਹੋਵੇ ਕਰੇ ਕਰਾਇਆ। ਗੁੜ ਕਰ ਗਿਆਨ ਧਿਆਨ ਕਰਤਾ ਹੋਵੇ ਘਰ 6ਵਾਂ। ਔਰ ਰਾਗ ਆਸਾ ਮਹੱਲਾ ਪਹਿਲਾ ਘਰ 6ਵਾਂ ਖੁਰਾਸਾਨ ਖਸਮਾਨਾ ਕੀਆ। ਯਾਨੀ ਘਰ 6ਵਾਂ ਹਰ ਵਾਰ ਜਿਸ ਪੁਰਾਤਨ ਸਿੰਘ ਨੇ ਇਸ ਦਾ ਉਤਾਰਾ ਕੀਤਾ ਉਹ ਉਸ ਜਿਹੜਾ ਘਰ 6ਵਾਂ ਗੁਰੂ ਜਿਸ ਸਰੂਪ ਤੇ ਘਰ 6ਵਾਂ ਲਿਖਿਆ ਸੀ, ਇਹ ਘਰ 6ਵਾਂ 'ਚ ਸਾਰੇ ਸ਼ਬਦ ਨੇ। ਤੋ ਇਹ ਪਹਿਲਾ ਸਾਡਾ ਸੰਕੇਤ ਇਸ ਗੱਲ ਦਾ ਕਿ ਇੱਕ ਵਾਰੀ ਪਾਤਸ਼ਾਹ ਦਿੰਦੇ ਨੇ, ਉਸ ਤੋਂ ਬਾਅਦ ਜਦ ਤੱਕ ਘਰ ਨਹੀਂ ਬਦਲਦਾ ਅਗਲੇ ਸਾਰੇ ਉਸੇ ਘਰ 'ਚ ਹੁੰਦੇ ਨੇ ਤੇ ਆਪਾਂ ਦੇਖੇ ਨੇ ਹੈਗੇ ਨੇ। ਪਰ ਇਹ 4 ਨਿਰਦੇਸ਼ ਨੇ ਮਹੱਤਵਪੂਰਨ ਘਰ ਸੰਬੰਧੀ 4 ਵਿਸ਼ੇਸ਼ ਨਿਰਦੇਸ਼। ਪਹਿਲਾ ਨਿਰਦੇਸ਼ ਹੈ ਏਕ ਸਵਾਨ ਕਹਿ ਕਰ ਗਾਵਣਾ। ਦੂਸਰਾ ਹੈ ਪਹਿਰਿਆ ਕਹਿ ਕਰ ਗਾਵਣਾ। ਰहोए के छंत के घर। देखो कै ਦਾ 2 ਵਾਰੀ ਕਹਿ ਹੋਏ ਤਾਂ ਕੀ ਹੋ ਜਾਂਦਾ? यानड़िए ਕਹਿ ਕਰ ਗਾਵਣਾ। ਇਹ 4 ਨੇ ਅੰਗ 91, 93, 203 ਤੇ 802 ਤੇ ਕੇਵਲ 4 ਨੇ। ਪਰ ਇਹ ਮਹੱਤਵਪੂਰਨ ਨਿਰਦੇਸ਼ ਨੇ। ਜਿਹੜਾ ਵੀ ਕੋਈ ਘਰ ਹੈ ਉਹ ਇਹਨਾਂ ਨੂੰ ਇੱਥੇ ਇਹਨੂੰ ਲਾਗੂ ਕਰੇ। ਤੋ ਆਓ ਹੁਣ ਆਪਾਂ ਇਸ ਨੂੰ ਅੱਗੇ ਇਸ ਸ਼ੁਰੂਆਤੀ ਜਾਣ ਪਛਾਣ ਤੋਂ ਬਾਅਦ ਅਸੀਂ ਸਾਰੇ ਘਰਾਂ ਨੂੰ 3 ਭਾਗਾਂ 'ਚ ਵੰਡਦੇ ਹਾਂ। ਘਰ ਪਹਿਲਾ ਤੇ ਘਰ ਦੂਜਾ, ਘਰ ਤੀਜਾ ਤੇ ਤੋਂ ਲੈ ਕੇ ਘਰ 13ਵਾਂ ਤੇ ਘਰ 14ਵਾਂ ਤੋਂ ਲੈ ਕੇ ਘਰ 17ਵਾਂ। ਇਹਦੇ ਪਿੱਛੇ ਕਾਰਨ ਹੈ, ਆਪਾਂ ਇਹਨੂੰ ਕਰਦੇ ਹਾਂ ਘਰ ਪਹਿਲਾ ਤੇ ਘਰ ਦੂਜਾ। ਜਦੋਂ ਘਰ ਹਰ ਤੁਕ ਤੋਂ ਸਥਾਪਿਤ ਹੋਏਗਾ, ਹਰ ਤੁਕ ਵਿੱਚ ਘਰ ਪਹਿਲਾ ਕੀ ਹੁੰਦਾ?
ਸ਼ਬਦ ਦੀ ਹਰ ਤੁਕ ਦਾ ਸਮੁੱਚਾ ਗੁਰਮਤਿ ਸੁਨੇਹਾ ਤੁਕ ਦੇ ਸੰਪੂਰਨ ਪਾਠ ਰਾਹੀਂ ਹੀ ਸਥਾਪਿਤ ਹੁੰਦਾ ਹੈ। ਤੋ ਇਸ ਤਰ੍ਹਾਂ ਘਰ ਪਹਿਲੇ ਦੀਆਂ ਤਨ ਮਨ ਖੋਜੋ ਤਾਂ ਨਾ ਉਪਾਏ, ਇਹ ਇੱਕ ਤੁਕ ਵਿੱਚ ਇੱਕ ਘਰ ਹੀ ਹੈ। ਤੋ ਇਹ ਤਾਂ ਘਰ ਪਹਿਲੇ ਦਾ ਸਿੱਧਾ ਹੋ ਗਿਆ। ਮੋਤੀ ਤਾਂ ਮਨ ਦਾ ਰੂਸ ਹੈ, ਰਤਨੀ ਤਾਂ ਹੋਏ ਜੜਾਓ। ਹੁਣ ਪਰ ਇਹ ਦੋਨੋਂ ਜੁੜੇ ਹੋਏ ਨੇ। ਗੁਰਮਤਿ ਦਾ ਸੁਨੇਹਾ ਸਾਂਝਾ ਇਕੱਠਾ ਹੈ। ਜੇ ਇੱਕ ਨੂੰ ਬਿਲਕੁਲ ਗਾਇਨ 'ਚ ਅਸੀਂ ਬਿਲਕੁਲ ਉਹਦੀ ਵੱਖਰੀ ਇੱਕ ਤੁਕ ਵੱਖਰੀ ਕਰ ਦਾਂਗੇ, ਇੱਕ ਵੱਖਰੀ ਕਰ ਦਾਂਗੇ, ਤੇ ਮੋਤੀ ਤਾਂ ਮਨ ਦਾ ਰੂਸ ਹੈ, ਇਹ ਅਧੂਰਾ ਹੈ। ਇਹ ਇਕੱਠਾ ਗਾਇਨ ਹੋਏਗਾ, ਇਕੱਠਾ ਪਾਠ ਹੋਏਗਾ। ਮੋਤੀ ਤਾਂ ਮਨ ਦਾ ਰੂਸ ਹੈ, ਰਤਨੀ ਤਾਂ ਹੋਏ ਜੜਾਓ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਵ ਸੰਭਾਲੇ। ਘਰ ਪਹਿਲਾ। ਤੋ ਇਸ ਤਰ੍ਹਾਂ ਅਸੀਂ ਪਾਠ ਕਰਨਾ ਘਰ ਪਹਿਲੇ ਦੇ, ਇਸ ਤਰ੍ਹਾਂ ਅਸੀਂ ਗਾਇਨ ਕਰਨਾ ਘਰ ਪਹਿਲੇ ਦਾ। ਘਰ ਦੂਜਾ, ਪੰਜ ਮਨਾਏ। ਅੱਛਾ, ਅਸੀਂ ਹਮੇਸ਼ਾ ਕਹਿੰਦੇ ਹਾਂ ਪੰਜ ਜਿਹੜੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਰੁੱਸਣ ਦੇ ਇਹਨਾਂ ਨੂੰ। ਤੂੰ ਕਰ ਧੀਰਜ, ਦਇਆ, ਖਿਮਾ, ਉਹ ਖੇੜੇ ਨੂੰ, ਉਹ ਪੰਜ ਮਨਾ ਆਪਣੇ। ਪੰਜ ਮਨਾਏ, ਇੱਥੇ ਰੁਕ ਜਾ। ਪੰਜ ਮਨਾਏ ਨੇ ਹਾਲੇ, ਰੁੱਸਣ ਦੇ ਇਹਨਾਂ ਨੂੰ। ਪੰਜ ਰੁਸਾਏ, ਦੋ ਕਰ। ਤੋ ਇੱਕ ਹਰ ਤੁਕ ਵੀ ਦੋ ਕਰ। ਘਰ ਦੂਜੇ ਦਾ ਕੋਈ ਵੀ ਤੁਸੀਂ ਗੁਰਬਾਣੀ ਸੈਚਰ ਦੇਖ ਲਓ। ਘਰ ਦੂਜਾ ਜਿੱਥੇ ਲਿਖਿਆ ਤੇ ਉਸ ਤੋਂ ਬਾਅਦ ਜਿੰਨੇ ਨੇ ਸਾਰਿਆਂ 'ਚ ਤੁਕਾਂ 'ਚ ਦੋ ਕਰ, ਦੋ ਕਰ, ਦੋ ਕਰ। ਘਰ ਦੂਜਾ ਸਿੰਪਲ। ਇਸ ਤੋਂ ਸਰਲ ਕੀ ਹੋ ਸਕਦਾ ਕੁਛ? ਅੱਛਾ, ਹੁਣ ਆ ਗਿਆ ਦੂਜਾ ਪੜਾ। ਘਰ ਸਥਾਪਿਤ ਹੋਏਗਾ ਪਦੇ ਵਿੱਚੋਂ। ਉਹ ਜਿਹੜੀਆਂ ਲੰਮੇਰੀਆਂ ਤੁਕਾਂ, 22 ਤੁਕਾਂ, 20 ਤੁਕਾਂ, ਸਭ ਘਰ ਪਹਿਲੇ ਘਰ ਦੂਜੇ 'ਚ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ। ਹੁਣ ਆ ਗਏ ਨਿਕੜੇ ਗਿਣਤੀ ਦੇ। ਘਰ ਤੀਜੇ ਦਾ ਕੋਈ ਵੀ ਪਦਾ 3 ਤੁਕਾਂ ਤੋਂ ਵੱਧ ਨਹੀਂ ਹੋ ਸਕਦਾ ਤੇ ਨਹੀਂ ਹੈਗਾ। ਘਰ ਤੀਜੇ ਦੇ ਹਰ ਪਦੇ ਵਿੱਚ 3 ਘਰ ਹੁੰਦੇ ਹਨ। ਹਰ ਪਦੇ ਵਿੱਚ 1 ਤੁਕ ਹੋਏਗੀ, 2 ਤੁਕਾਂ ਹੋਣਗੀਆਂ ਜਾਂ 3 ਤੁਕਾਂ ਹੋਣਗੀਆਂ। ਚੌਥੀ ਨਹੀਂ ਹੋ ਸਕਦੀ। ਚੌਥੀ ਹੁੰਦੀ ਹੈ ਘਰ ਚੌਥੇ ਵਿੱਚ, ਉਹ ਆਏਗੀ ਉਦੋਂ। 1 ਤੁਕੇ, ਜਿਤ ਕੋ ਲਾਇਓ ਤਿਤ ਹੀ ਲਾਗਾ। ਜਿਤ ਤੇ ਤਿਤ ਨਾਲ ਗੁਰੂ ਸਾਹਿਬ ਨੇ ਬਣਾਤੇ 2 ਘਰ। ਤੈਸੇ ਕਰਮ ਕਮਾਇਓ। ਇਸ ਤਰ੍ਹਾਂ ਹੀ ਰੁਕਾਂਗੇ। ਇਸ ਤੋਂ ਭਿੰਨ ਹੋਰ ਕਿਸੇ ਤਰ੍ਹਾਂ ਵੀ ਇਹਦਾ ਪਾਠ ਕੀਤਾ ਤੇ ਇਹ ਇਹਦਾ ਅਵੱਗਿਆ ਹੋ ਜਾਏਗੀ। ਤੇ 3 ਤੁਕਾਂ ਹੋਣ ਤਾਂ ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ, ਵੇਖ ਹੈ ਕੀਤਾ ਆਪਣਾ ਕਰ ਕੁਦਰਤ ਪਾਸਾ ਟਾਲ ਜੀ। 3 ਤੁਕਾਂ, 3 ਘਰ, ਘਰ ਤੀਜਾ। ਤੋ ਇਹ ਘਰ ਤੀਜੇ ਦੀ ਇੰਨੀ। ਤੋ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿੱਚ ਘਰ ਤੀਜੇ ਦੇ ਸ਼ਬਦਾਂ ਵਿੱਚ ਵੱਧ ਤੋਂ ਵੱਧ 3 ਤੁਕਾਂ ਹੁੰਦੀਆਂ। ਘਰ ਚੌਥਾ, ਘਰ ਚੌਥੇ ਦੇ ਹਰ ਪਦੇ ਵਿੱਚ 4 ਘਰ ਹੁੰਦੇ ਹਨ। ਪਦੇ ਵਿੱਚ 1 ਤੁਕ ਹੋ ਸਕਦੀ ਹੈ, 2 ਜਾਂ 4 ਤੁਕਾਂ ਹੋ ਸਕਦੀਆਂ ਹਨ। ਇਹ ਚੌਥੀ ਤੁਕ ਹੁਣ ਆਈ। ਆਓ ਆਪਾਂ ਦੇਖਦੇ ਹਾਂ। ਇੱਕੋ ਤੁਕ ਵਿੱਚ 4 ਘਰ। ਚਾਦਨਾ, ਇਹ ਜੋ ਲਾਈਟਾਂ ਲਾਈਆਂ ਹੋਈਆਂ, ਚਾਨਣ ਸਾਰੇ ਪਾਸੇ, ਚਾਨਣ ਦਾ ਸੰਦਰਭ ਪਾਤਸ਼ਾਹ ਨੇ ਫਲੋਟ ਕੀਤਾ। ਸਬਜੈਕਟ, ਕੰਟੈਂਟ, ਚਾਦਨਾ। ਚਾਦਨ ਆਂਗਨ ਪਰੇ, ਲਾਈਟਾਂ ਤੇ LED ਬਲਬ ਲੱਗੇ ਨੇ ਮੇਰੇ ਵਿਹੜੇ 'ਚ। ਚਾਦਨ ਆਂਗਨ। ਇੱਥੇ ਅਰਦਾਸ ਆਈ, ਪ੍ਰਭ ਜੀਓ ਸੱਚੇ ਪਾਤਸ਼ਾਹ ਮਿਹਰ ਕਰੋ, ਅੰਤਰ ਚਾਨਣ ਹੋ ਜਾਵੇ। ਅੰਤਰ ਚਾਦਨਾ। ਤੋ 4 ਘਰ ਇੱਕੋ ਤੁਕ ਵਿੱਚ ਘਰ ਚੌਥਾ। 2 ਤੁਕੇ, 2 ਜਮਾ 2, ਸਭ ਤੋਂ ਸੌਖਾ ਕੰਮ। ਦੇਵਤਿਆ ਦਰਸ਼ਨ ਕਹਿਤਾਈ, दुख भूख तीरथ किए, जोगी जति जुगत में रहते, कर कर पग बेटे। 2 जमा 2। ਹੁਣ ਨਹੀਂ ਬਣਦੇ 3 ਘਰ, ਹੁਣ ਨਹੀਂ ਬਣ ਸਕਦੇ 5 ਘਰ, 4 ਘਰ। 4 ਤੁਕਾਂ ਹੁਣ ਆਈਆਂ। एक सवान, आ देखो जी, आ गया थोड़ा शब्द। एक सवान 2 सवानी नाल। एक मेरे नाल कुत्ता है जिहड़ा लोभी है, 2 मेरे अंदर तृष्णावां दियां कुत्तियां ने।
ਇਹ ਹੁਣ ਦੱਸਤਾ ਵੀ ਇਹ ਬਿਆਨ ਕਰਤਾ, ਪਹਿਲਾ ਕਰ ਹੋ ਗਿਆ, ਪਹਿਲੀ ਤੁਕ ਹੋ ਗਈ। ਦੂਜੀ ਤੁਕ, ਭਲਕੇ ਭੌਕੇ ਸਦਾ ਬਿਆਲ। ਸਵੇਰ ਤੋਂ ਕੰਮ ਇਹਨਾਂ ਦਾ ਸ਼ੁਰੂ ਹੋ ਜਾਂਦਾ, ਲੋਭੀ ਦਾ ਤੇ ਤ੍ਰਿਸ਼ਨਾਵਾਂ ਦਾ। ਭਲਕੇ ਭੌਕੇ ਸਦਾ ਬਿਆਲ। ਕੂੜ ਛੁਰਾ ਮੁੱਠਾ ਮੁਰਦਾਰ। ਅੱਛਾ, ਛੁਰਾ ਜੇ ਕਿਸੇ ਨੇ ਫੜਿਆ ਹੋਵੇ ਨਾ ਹੱਥ 'ਚ, ਅਸੀਂ ਕਹਿੰਦੇ ਗੁੰਡਾ ਕੋਈ ਆ ਗਿਆ ਸਾਡੇ ਵਿੱਚ, ਇਹ ਕੌਣ ਬੰਦਾ ਬੁਲਾ ਲਿਆ? ਕੂੜ ਛੁਰਾ। ਪਾਤਸ਼ਾਹ ਕਹਿੰਦੇ ਨੇ ਜਦੋਂ ਝੂਠ ਮਾਰਦਾ ਨਾ, ਇਸ ਤਰ੍ਹਾਂ ਸਮਝ ਕਿ ਤੇਰੇ ਹੱਥ 'ਚ ਛੁਰਾ ਫੜਿਆ ਹੋਇਆ। ਕੂੜ ਛੁਰਾ। ਤੇ ਜਿਸ ਤਰ੍ਹਾਂ ਤੂੰ ਠੱਗਦਾ ਲੋਕਾਂ ਨੂੰ ਨਾ, ਵੀ ਮੈਂ ਝੂਠ ਮਾਰ ਦਾਂਗਾ, ਸਾਰੇ ਆਪੇ ਆ ਗੱਲ ਮੇਰਾ ਫਾਇਦਾ ਹੋ ਜਾਊਗਾ, ਉਹ ਰਹਿ ਜਾਊਗਾ, ਜਿਹਦਾ ਅਸਲੀ ਹੱਕ ਬਣਦਾ ਉਹ ਰਹਿ ਜਾਊਗਾ। ਮੁਰਦਾਰ, ਉਹਦਾ ਹੱਕ ਮੈਂ ਮਾਰ ਜਾਵਾਂਗਾ ਝੂਠ ਬੋਲ ਕੇ। ਅਸੀਂ ਤਾਂ ਆਪਣੇ ਵੱਲੋਂ ਸਿਆਣਪ ਕਰਦੇ ਹਾਂ, ਪਰ ਪਾਤਸ਼ਾਹ ਸਾਨੂੰ ਦੱਸ ਰਹੇ ਨੇ ਅਸਲ 'ਚ ਤੂੰ ਠੱਗਿਆ ਜਾ ਰਿਹਾ ਆਪ। ਕੂੜ ਛੁਰਾ ਤੇਰੇ ਹੱਥ 'ਚ ਫੜਿਆ ਹੋਇਆ ਚਾਕੂ, ਤੇ ਤੂੰ ਆਪ ਠੱਗਿਆ ਜਾ ਰਿਹਾ ਝੂਠ ਬੋਲ ਬੋਲ ਕੇ। ਕੂੜ ਛੁਰਾ ਮੁੱਠਾ ਮੁਰਦਾਰ। ਇਹ ਹੈ, ਅਸੀਂ ਸਜਦੇ ਸਵਰਦੇ ਰੋਜ਼ ਆ, ਸੈਂਟ ਲਾ ਕੇ, ਕੱਪੜੇ ਪਾ ਕੇ, ਮੈਚਿੰਗ ਕਰਕੇ ਤੁਰ ਦਰਗਾਹੇ ਪਾਤਸ਼ਾਹ ਨੇ ਚੌਥੇ ਘਰ 'ਚ। ਤਾਣਕ ਰੂਪ ਰਹਾ ਕਰਤਾਰ। ਸ਼ਿਕਾਰੀ ਛਾਤਰ ਤੇਰਾ ਰੂਪ ਹੈ। ਤਾਣਕ ਰੂਪ ਰਹਾ ਕਰਤਾਰ। ਇਹ ਜੀ ਚਾਰ ਘਰ, ਚਾਰ ਤੁਕਾਂ। ਇਹ ਚੌਥੀ ਤੁਕ ਸਿਰਫ ਘਰ ਚੌਥੇ 'ਚ ਹੋ ਸਕਦੀ ਹੈ। ਇਹ ਦੂਜੇ 'ਚ ਤਾਂ ਹੋ ਸਕਦੀ ਹੈ, ਪਹਿਲੇ 'ਚ ਤਾਂ ਹੋ ਸਕਦੀ ਹੈ, ਤੀਜੇ 'ਚ ਨਹੀਂ ਹੋ ਸਕਦੀ, ਕਿਉਂਕਿ ਤੀਜੇ ਆਨਵਰਡਸ ਇਸ ਭਾਗ ਵਿੱਚ ਸਾਰੇ ਘਰ ਜਿਹੜੇ ਨੇ ਉਹ ਪਦੇ 'ਚ ਬਣਦੇ ਨੇ। ਤੋ ਚਾਰ ਤੁਕਾਂ ਹੋਣਗੀਆਂ। ਘਰ ਪੰਜਵਾਂ, ਘਰ ਪੰਜਵੇਂ ਦੇ ਹਰ ਪਦੇ ਵਿੱਚ 5 ਘਰ ਹੋਣਗੇ। ਆਓ ਜੀ, 3 ਜਮਾ 2। ਅਛਲ। ਅਛਲ, ਛਲਾਈ न छले, न घाओ कटारा कर सके। 3 कर। ज्यों साहेब राखे त्यों रहे, इस लोभी का जियो टल पल। 3 जमा 2, कर पंजवां। 2 2 1, जिवें आपां विचार रहे सी 3 तुकां। ध्यानी बिहारी ने कर बनाया। ध्यान लावे औंकड़। ਧਿਆਨੀ ਤੇ ਪਾਤਸ਼ਾਹ ਨੇ ਰੁਕਾਇਆ ਸਾਨੂੰ ਘਰ ਪੰਜਵੇਂ 'ਚ, ਨਹੀਂ ਤਾਂ ਘਰ ਦੂਜੇ 'ਚ ਕਰਦੇ। ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ। ਧਿਆਨੀ ਧਿਆਨ ਲਾਵੇ, ਕੀ ਕੰਮ ਹੈ ਉਹਦਾ? ਗਿਆਨੀ ਗਿਆਨ ਕਮਾਵੇ। ਪਰ ਫਿਰ ਵੀ ਪ੍ਰਭ ਕਿਨ ਹੀ ਜਾਤਾ। ਇੰਨਾ ਸੌਖਾ ਨਹੀਂ ਹੈ ਕਿ ਸਿਰਫ ਧਿਆਨ ਲਾਉਣ ਨਾਲ, ਸਿਰਫ ਗਿਆਨ ਕਮਾਉਣ ਨਾਲ, ਪੁਸਤਕਾਂ ਦੇ ਨਾਲ ਆ ਜਾਏ, ਨਹੀਂ। ਪ੍ਰਭ ਕਿਨ ਹੀ ਜਾਤਾ। ਇਹ ਪੰਜਵਾਂ ਘਰ। 2 ਜਮਾ 2 ਜਮਾ 1। ਪਾਤਸ਼ਾਹ ਨੇ ਜਦੋਂ ਇਹ ਕਿਵੇਂ ਲੱਭੇ ਨੇ ਘਰ? ਘਰ ਜਦੋਂ ਸਾਰੇ ਘਰ ਲੱਭਣੇ ਸ਼ੁਰੂ ਹੋ ਗਏ ਨਾ, ਤੇ ਇੱਥੇ ਆ ਕੇ, ਇਹ ਤਾਂ ਮੈਂ ਕਿਹਾ ਧਿਆਨੀ ਧਿਆਨ ਲਾਵੇ ਤੇ ਇੱਕ ਗੱਲ ਬਣੀ। ਇਹ ਤਾਂ 3 ਘਰ ਨੇ, 5 ਕਿਵੇਂ ਬਣੇ? ਫਿਰ ਅਸੀਂ ਢੂੰਡਦੇ ਹਾਂ। ਜਦੋਂ ਅਸੀਂ ਢੂੰਡਦੇ ਹਾਂ ਤੇ ਫਿਰ ਲੱਭਦੇ ਨੇ। ਤਾਂ ਇਸ ਤਰ੍ਹਾਂ ਘਰ ਪੰਜਵਾਂ। ਤੋ ਘਰ ਪੰਜਵੇਂ ਦੀਆਂ 5 ਤੁਕਾਂ ਹੋਣਗੀਆਂ। ਘਰ ਛੇਵਾਂ, ਹਰ ਪਦੇ ਵਿੱਚ 6 ਘਰ ਹੋਣਗੇ। ਪਦੇ ਵਿੱਚ 1 ਤੁਕ, 2 ਤੁਕਾਂ, 3 ਤੁਕਾਂ, 4 ਤੁਕਾਂ ਜਾਂ 6 ਤੁਕਾਂ ਹੋ ਸਕਦੀਆਂ ਨੇ। ਹੁਣ 6 ਤੁਕਾਂ ਹੋ ਸਕਦੀਆਂ, ਚੌਥੇ 'ਚ ਨਹੀਂ ਹੋ ਸਕਦੀਆਂ। ਘਰ ਪੰਜਵੇਂ 'ਚ 6 ਤੁਕਾਂ ਨਹੀਂ ਹੋ ਸਕਦੀਆਂ। ਘਰ ਛੇਵੇਂ ਵਿੱਚ ਹੁੰਦੀਆਂ 6 ਤੁਕਾਂ ਨੇ, ਹਰ ਤੁਕ ਦਾ 1 ਘਰ ਹੈ। ਸੇਵੋ ਸਾਧ ਸੰਚਰ ਨੇਰਾ, ਬਾਂਛੋ ਧੂਰ ਪਵਿੱਤਰ ਕਰੇਰਾ, 68 ਮਜਨ ਮਹਿਲ ਨਾ ਤੇਰੇ। ਇਸ ਤਰ੍ਹਾਂ तो 6 ਤੁਕਾਂ ਹੋਣਗੀਆਂ। 6 ਤੋਂ ਵੱਧ ਤੁਕਾਂ ਇਸ ਪਦੇ 'ਚ ਨਹੀਂ ਹੋ ਸਕਦੀਆਂ। 7ਵਾਂ ਘਰ, ਹਰ ਪਦੇ ਵਿੱਚ 7 ਘਰ ਹੋਣਗੇ। ਅੱਛਾ, 7ਵੇਂ ਤੋਂ ਬਾਅਦ ਹੁਣ ਇਸ ਤਰ੍ਹਾਂ ਹੁੰਦਾ ਹੈ ਕਿ ਹਰ ਸ਼ਬਦ, ਸ਼ਬਦ ਨਹੀਂ, ਹਰ ਸ਼ਬਦ ਵਿੱਚ ਇੰਨਾ, ਕਿਉਂਕਿ ਘਰ ਵਧਣਗੇ ਤੁਕਾਂ 'ਚ, ਤੇ ਹਰ ਸ਼ਬਦ ਤੇ ਪਾਤਸ਼ਾਹ 7ਵੇਂ 8ਵੇਂ 9ਵੇਂ 10ਵੇਂ 11ਵੇਂ 12ਵੇਂ 13ਵੇਂ ਵਿੱਚ ਉਹ ਸ਼ਬਦ ਪਾਣਗੇ। ਜਦੋਂ ਤੁਕਾਂ ਵੀ ਘਟਣਗੀਆਂ, ਹਰ ਸ਼ਬਦ ਵਿੱਚੋਂ ਸਾਨੂੰ ਘਰ ਦਾ ਜਿਹੜਾ ਉਹ ਰਸ ਹੈ ਉਹ ਮਿਲੇਗਾ। ਜੋਗ ਨਾ ਖਿੰਥਾ, ਜੋਗ ਨਾ ਡੰਡੇ, ਜੋਗ ਨਾ ਪਸਮ ਚੜਾਈਏ। 3 ਜਮਾ 2 ਜਮਾ 2, ਘਰ 7ਵਾਂ। ਘਰ 9ਵੇਂ ਵਿੱਚ ਹਰ ਪਦੇ ਵਿੱਚ 9 ਘਰ ਹੋਣਗੇ। ਜਿਨ ਡਿਠਿਆ ਮਨ ਰਹਸੀ ਹੈ, ਕਿਉਂ ਪਾਈਏ ਤਿੰਨ ਸੰਗ ਜੀ। ਕਿਵੇਂ ਪਾ ਲਾਂ ਮੈਂ ਉਹਨਾਂ ਦਾ ਸੰਗ?
किस तरह बिद बने। संत सज्जन, ये संत जड़े सज्जन ने उरले परले नहीं, मन दे मित्र ने। मन मित्र से लायन प्रभ से रंग जियो, ये कर देंगे करामात। तिन स्यो वाहिगुरु जी, तिन स्यो प्रीत। स्यो ते प्रीत ने कहा, तिन स्यो ते रुका के उन्होंने बारे दोबारा सोच। सज्जना बारे, सज्जन मैडे रंग ले। तिन स्यो प्रीत ना टुटाई, क्योंकि उन्होंने प्रीत ते जोर दिता पाश। देखो ये गुरमत दे सिद्धांत, गुरमत दियां जड़ियां जीवन साडा चज आचार है गुरमत का, वो सानू परो के कब हो ना हो वै पंग जियो। कर 10वां, हर पदे विच 10 कर होंगे। 6 तुके, दूजे पाए लगे पछताने। जम दर बादे, इत्थे हुण कंसैप्ट देखो, जम दर बादे आवन जाने। क्या ले आव है, क्या ले जाहे, सिर जमकाल से चौठा खा। बिन गुर शब्द न छूटस कोय, पाखंड कीन। ये भी हो सकता कि एक 9-10 होए, पाखंड कीन मुक्त ना हो। ये गलत होया थोड़ा, देखो बिन गुर शब्द न छूटस कोय, एक कर 8वां, 9वां पाखंड कीन 10वां मुक्त ना हो। कितनी गलती, मिस टाइपिंग। ठीक है जी, इस तरह। कर 11वां, हर पदे विच 11 कर होंगे। हर के रंग, आ देखो रंग ते पाशा कहते हर के रंग ते आ जा, इत्थे थोड़ा जा रुक जा। हर के रंग, फिर रत्ता मन गावे। हर के रंग रत्ता मन गावे। रस रसाल, रस शब्द रवैया। इस तरह कीर्तन करांगे ते हो जाएगा बेगमपुरा, चिम चिम होएगा। निज कर, ये है तार, तार चो है। अत निर्मल, तिन पिया, अर्थ अनुसार घर बन गया। जिन पिया तो तिन ते तिन ही नहीं क्या, तिन ही सुख लईया। भी ये मेरे जड़े लाल ने पढ़नगे तिन ही सुख लईया। 11वां कर, एक पदे विच 11 कर। यह है रस घर दा। घर 12वां, हर पदे विच 12 कर होणगे। सानू घर वो श्री कबीर जी का चौपदा गुरु अर्जन देव जी ने मोहर लाती ना, 2 दूजा दूजा 2, सारे राह खुल गए। बेदा मतलब ते फिर 12वें दा 12। लोभ मोह बाधी दे, बिन भजन होवत के। जमदूत महाभयान, चित गुप्त कर्म है जान। दिन रैन साख सुनाए, नानका हर सरनाए। 12 कर, कर 12वां। घर 13वां, हर पदे विच 13 कर हुंदे हन। 4 तुके, अंते टूटी है। ये जड़ा सारा आल जाल है ना, अंते टूटी है। दुलावा, रिखते छूटी है। मन हर ने मन ते रोक लिया। मन हर रस कूटी है। जदों इत्थे रुकांगे ना, ये है वो केड़ा शब्द है रिड़कण वाला, हर का बिलोवना, बिलोवो मेरे पाई।
सहज भी लोवो जैसे तत ना जाई। घोटीए, ये है घोटना पातशाह दा। संग साधु फिर तो बदल जाएगा। ये तो आ करता, उल्टी है, उल्टी है, उल्ट जाएगा, बदल जाएगा। अन नाही, नाही रे, किहड़े चक्करां च पिया तू, नाही रे, अन नाही, होर कुछ अवरा बाबा होर मत, होर अन नाही, नाही रे, नानक प्रीत चरण, चरण है, फड़ ले चरण। चरना की गल कर रहा मैं, कौल फुल्लां दी, पातशाह दे चरना की, सुरत नूं ला चरना च, चरण है नाही रे, घोटी है। पातशाह ने सानू कहा ना, कर 13वां, एक ये शब्द बड़े आराम नाल कर पहले च हो सकता, एक कर दूजे च भी हो सकता सी। अंते टूटी है, रिकते छूटी है, मन हर रस घोटी है, संग साधु उल्टी है। अन नाही, नाही रे, नानक प्रीत चरण, चरण है, कर दूजा। पर सानू गुरु साहब कहण दूजा। इस करके जदों असी शब्द की कंपोजिशन करते हैं, जदों असी शब्द का पाठ करते हैं, असी नहीं देखना इस नूं किवें पढ़ना है, असी पातशाह नूं पुछना, सच्चे पातशाह इस शब्द नूं किवें पढ़ना है। पातशाह ने सानू दस रखे है, ये पुत्र मेरे इनू कर 13वें च पढ़ना है, तो कर 13वां दसे बिना नहीं पढ़ सकते असी, वो दसता पातशाह ने। दसन तो बाद जे असी कहिए सानू नहीं आंदा किन्नवा, एक मैथ दे थे टीचर मैनू मिले, कहते बड़ा कंपलैक्स है, 2 + 5 + 2 + 4। मैं कहा जी बलिहारे जाइए इहो जे प्यारियां ते, तो बहुत ही कंपलैक्स हो गया। अनते टूटी है, रिकते छूटी है, मन हर रस कूटी है, संग साधु उल्टी है। अन नाही, नाही रे, नानक प्रीत चरण, चरण है, कर 13वां। अगे चलते हैं क्योंकि समय की भी है। पहली बार कोई भी घर श्री गुरु ग्रंथ साहब विच कदों आया? घर पहला शुरू होने विच 14 अंग, पहले 13 अंग च घर नहीं आया। इसका जिक्र है, ये लमेरी विचार है, फिर करांगे। इस तरह दूजा, तीजा, चौथा, 5वां, 6वां, 7वां, 8वां पातशाह सानू देंदे रहे छट्टे। तो इस तरह तरतीबवार पातशाह ने सानू कर दिते हैं। इस तो बाद बार आए, पहली बारी इस तरह आए। हुण आया जी रहाओ का पता, ये तो सानू प्रसाद रूप मिलिया। लभ रहे सी घर ते मिल गया प्रसाद रहाओ का, क्योंकि जेड़ा रहाओ साढ़े पास सी उस वेले तक, ਉਹਦੇ ਚੋਂ ਤਾਂ बड़े प्रश्न सीगे, बड़े शंके सी। रहाओ सेंट्रल आइडिया यही आप सोचते हैं। ਇਹਦੇ प्रश्न, जिस शब्द रहाओ का तुक नहीं होंदी, रहाओ का पता नहीं होंदा, ਉਹਦਾ आइडिया कोई सेंट्रल नहीं होंदा, सारा पेरीफरल है। पहली गल, ਜਿਹਦੇ 'ਚ 2 रहाओ के पदे ने, ਉਹਦੇ सेंटर 2 जगह ने, 3 रहाओ के पदे ने, 4 रहाओ के पदे ने, ते 6 रहाओ के पदे भी ने। तो सेंटर नूं तां हुण इत्थे ही छड्ड देना चाहिए, ये तो नहीं है। 6 सेंटर तो नहीं हो सकते किसी शब्द के। फिर रहाओ है कि
ਆਪਾਂ ਸ਼ੁਰੂ ਕੀਤਾ ਸੀਗਾ, ਹਮੇਸ਼ਾ ਆਪਾਂ ਦੇਖਦੇ ਆਏ ਹਾਂ ਕਿ ਇਹਦੇ 'ਚ ਰਹਾਓ ਦਾ ਪੂਰਾ ਚੈਪਟਰ ਹੈ ਕਿਤਾਬ 'ਚ। ਜਦੋਂ ਅਸੀਂ ਸਾਰੇ ਇਸ ਭਾਗ ਵਿੱਚ ਹੁਣ ਤੱਕ ਪਹਿਲੇ ਤੋਂ ਲੈ ਕੇ 13ਵੇਂ ਘਰ ਦੇ ਸਾਰੇ ਤਰ੍ਹਾਂ ਦੇ ਆਪਾਂ ਸ਼ਬਦ ਦੇਖੇ ਨੇ। ਜਦੋਂ ਕੋਈ ਸ਼ਬਦ ਕਿਸੇ ਘਰ ਵਿੱਚ ਹੁੰਦਾ ਹੈ ਤਾਂ ਉਸ ਸ਼ਬਦ ਦੇ ਸਾਰੇ ਪਦੇ ਉਸ ਘਰ ਵਿੱਚ ਹੁੰਦੇ ਨੇ, ਸਿਵਾਏ ਇੱਕ ਪਦੇ ਤੋਂ ਜਿਹੜਾ ਉਸ ਘਰ ਤੋਂ ਰਿਹਾ ਹੋਇਆ ਹੁੰਦਾ ਹੈ, ਭਿੰਨ ਹੁੰਦਾ ਹੈ। ਉਹ ਪਦੇ ਦਾ ਨਾਮ ਹੈ ਰਹਾਓ। ਇਹ ਆਉਣ ਵਾਲੇ ਸਮੇਂ ਵਿੱਚ ਇਸ ਦੇ ਹੋਰ ਜਦੋਂ ਅਸੀਂ ਚਿੰਤਨ ਕਰਾਂਗੇ ਤੇ ਸ਼ਾਇਦ ਉਹ ਗੱਲ ਜਿਹੜੀ ਸ਼ੁਰੂਆਤ ਵਿੱਚ ਹੋਈ ਸੀ ਕਿ ਜਦੋਂ ਨਹੀਂ ਲਿਖਿਆ ਹੋਇਆ ਉੱਪਰ, ਇੱਕ ਤਾਂ ਤਰੀਕਾ ਹੈ ਵੀ ਅਸੀਂ ਇਸ ਤਰ੍ਹਾਂ ਦੇ ਤਤਕਰੇ ਬਣਾ ਲਈਏ ਤੇ ਉਹਦੇ 'ਚ, ਕਿਉਂਕਿ ਇਸ ਜਿਹੜੀ ਕਿਤਾਬ ਹੈ ਘਰ ਦਾ ਵਿਧਾਨ, ਇਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੂਹ ਸ਼ਬਦਾਂ ਦੇ ਘਰ ਦਰਜ ਕੀਤੇ ਗਏ, ਸਮੂਹ ਛੰਤਾਂ ਦੇ ਘਰ ਦਰਜ ਕੀਤੇ। ਰਹਾਓ ਦਾ ਪਦਾ ਉਹ ਪਦਾ ਹੁੰਦਾ ਹੈ ਜਿਹੜਾ ਕਿ ਜਿਸ ਦਾ ਘਰ ਸ਼ਬਦ ਦੇ ਘਰ ਤੋਂ ਭਿੰਨ ਘਰ ਵਿੱਚ ਹੁੰਦਾ ਹੈ। ਇਸ ਪਦਾ ਗਿਣਤੀ ਵਿੱਚ ਵੀ ਸ਼ਬਦ ਤੋਂ ਬਾਹਰ ਹੁੰਦਾ ਹੈ ਤੇ ਛੰਤ ਵਿੱਚ ਰਹਾਓ ਦਾ ਪਦਾ ਨਹੀਂ ਹੁੰਦਾ ਹੈ। ਤਿਲੰਗ ਰਾਗ ਵਿੱਚ ਕੇਵਲ ਇੱਕ ਛੰਤ ਹੈ ਜਿਸ ਦੇ ਵਿੱਚ ਕੇਵਲ ਰਹਾਓ ਦੇ ਅੱਗੇ ਹਿੰਸਾ ਵੀ ਕੋਈ ਨਹੀਂ ਹੈ, ਕੇਵਲ 3 ਸ਼ਬਦਾਂ ਦਾ ਰਹਾਓ ਦਾ ਕੋਈ ਪਦਾ ਹੈ ਤਿਲੰਗ ਰਾਗ ਵਿੱਚ। ਗੁਰੂ ਗ੍ਰੰਥ ਸਾਹਿਬ 'ਚ ਕਿਸੇ ਵੀ ਛੰਤ ਵਿੱਚ ਰਹਾਓ ਦਾ ਇਸ ਤੋਂ ਇਲਾਵਾ ਪਦਾ ਨਹੀਂ ਹੁੰਦਾ ਹੈ, ਕਿਉਂਕਿ ਛੰਤ ਦੀ ਜਾਤੀ ਇਸ ਤਰ੍ਹਾਂ ਦੀ ਹੈ ਕਿ ਉਹਦੇ ਵਿੱਚ ਰਹਾਓ ਹੋ ਹੀ ਨਹੀਂ ਸਕਦਾ ਹੈ। ਆਪਾਂ ਛੰਤ ਨੂੰ ਵਿਚਾਰਾਂਗੇ। ਹਾਂ, ਫਿਰ ਆਇਆ ਇੱਕ ਹੋਰ ਟਰਮ, ਰਹਾਓ ਦੂਜਾ। ਰਹਾਓ ਦੂਜਾ ਦਾ ਮਤਲਬ ਇਹ ਹੈ ਕਿ ਦੂਜੇ ਰਹਾਓ ਦਾ ਘਰ ਪਹਿਲੇ ਰਹਾਓ ਦੇ ਘਰ ਤੋਂ ਵੀ ਰਿਹਾ ਹੋਇਆ ਹੈ, ਉਸ ਤੋਂ ਵੀ ਭਿੰਨ ਹੈ। ਪਹਿਲਾ ਰਹਾਓ ਦਾ ਪਦਾ ਘਰ ਦੇ ਸਾਰੇ ਪਦਿਆਂ ਦੇ ਘਰ ਤੋਂ ਭਿੰਨ ਹੈ। ਜਦੋਂ 6 ਰਹਾਓ ਵਾਲਾ, ਜਿੱਥੇ 6 ਰਹਾਓ ਨੇ ਉੱਥੇ ਦੂਜਾ ਰਹਾਓ ਨਹੀਂ ਹੈ, ਪਰ ਕਿਸੇ ਹੋਰ ਸ਼ਬਦ ਵਿੱਚ ਕੇਵਲ 2 ਰਹਾਓ ਨੇ ਤੇ ਰਹਾਓ ਦੂਜਾ ਹੀ ਉਹਦੇ ਅੱਗੇ ਲਿਖਿਆ ਹੈ ਰਹਾਓ ਦੂਜਾ, ਬਾਕੀ ਸਾਰੇ ਰਹਾਓ ਨੇ। ਤੋ ਇਸ ਤਰ੍ਹਾਂ ਰਹਾਓ ਦੂਜਾ ਉਹ ਹੈ ਜਦੋਂ ਉਸ ਦਾ ਘਰ ਪਹਿਲੇ ਰਹਾਓ ਤੋਂ ਵੀ ਭਿੰਨ ਹੈ। ਤੋ ਇਹ ਰਹਾਓ ਦਾ ਜਿਹੜਾ ਪ੍ਰਸ਼ਾਦ ਰੂਪ ਵਿੱਚ ਘਰ ਦੀ ਭਾਲ ਕਰਦਿਆਂ ਸਾਨੂੰ ਪਾਤਸ਼ਾਹ ਨੇ ਇਹ ਸਮਤ ਬਖਸ਼ੀ ਹੈ। ਓੜਕ ਜਿਹੜਾ ਵੀ ਅਸੀਂ ਦੱਸ ਰਹੇ ਹਾਂ, ਇਹਦਾ ਟੈਸਟ ਏਕ ਸਵਾਨ ਕਹਿ ਕਰ ਗਾਵਣਾ, ਇਹਨੂੰ ਦੱਸੋ ਕਿਵੇਂ ਪੂਰਾ ਕਰੋ ਵੀ ਇਸ ਘਰ ਦੇ ਵਿਧਾਨ ਦੇ ਅਨੁਸਾਰ ਏਕ ਸਵਾਨ ਕਹਿ ਕਰ ਗਾਵਣਾ। ਅੰਗ 91 ਤੇ ਹੁਣ ਆਪਾਂ ਇਹਨੂੰ ਇਕੱਲੇ ਨੂੰ ਲੈਂਦੇ ਹਾਂ ਕਿ ਆਹ ਸਾਰੇ ਆਪਾਂ ਦੇਖ ਲਏ ਨੇ। ਪਹਿਲਾ ਏਕ ਸਵਾਨ ਕਹਿ ਕਰ ਗਾਵਣਾ, ਅੰਗ 91 ਤੇ ਤਾਂ ਇਹ ਨਿਰਦੇਸ਼ ਪਾਤਸ਼ਾਹ ਨੇ ਦੇ ਹੀ ਦਿੱਤਾ, ਏਕ ਸਵਾਨ ਕਹਿ ਕਰ ਗਾਵਣਾ। ਇਹਦਾ ਮਤਲਬ ਜਿਹੜੇ ਸ਼ਬਦ ਉੱਪਰ ਇਹ ਨਿਰਦੇਸ਼ ਆਇਆ ਹੈ 91 ਅੰਗ ਤੇ, ਇਹ ਜੋ ਵੀ ਘਰ ਹੈ ਇਹ 91 ਤੋਂ ਪਹਿਲਾਂ ਹੋਣਾ ਚਾਹੀਦਾ ਹੈ। ਆਓ ਆਪਾਂ ਦੇਖਦੇ ਹਾਂ 91 ਅੰਗ ਤੇ ਇੱਕ ਓंकार सतगुर प्रसाद श्री राग कबीर जियो का एक स्वान कह कर गावना। पर शब्द हो रहा है, शब्द है कबीर जियो का, जननी जाना सुत बड़ा होता है इतना कुना जाने जिस दिन दिन नवद कटत है, मोर मोर कर अदक लाड तर पेकत ही जमराओ हसे। इन्नियां लंबीरियां तुकां ते ਇਹਦਾ ਅਸੀਂ ਪਰ ਗੁਰੂ ਸਾਹਿਬ ਨੇ ਦੱਸਤਾ ਇਹਨੂੰ ਕੀ ਕਰਨਾ ਹੈ। ਏਕ ਸਵਾਨ ਕਹਿ ਕਰ ਗਾਵਣਾ, ਪਾਠ ਕਰਨਾ, ਸਮਝਣਾ, ਗਾਵਣਾ ਸਾਰਾ। ਆਪਾਂ ਜਾਣੇ ਏਕ ਸਵਾਨ ਤੇ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਏਕ ਸਵਾਨ ਦੋਏ ਸਵਾਨੀ ਨਾਲ, 4 ਤੁਕਾਂ ਘਰ ਚੌਥਾ। ਭਲਕੇ ਭੌ ਕਹੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਤਾਣਕ ਰੂਪ ਰਹਾ ਕਰਤਾਰ। ਇਹ ਜੀ 4 ਤੁਕਾਂ, 4 ਘਰ ਚੌਥਾ। ਪਹਿਲਾ ਪਦਾ ਤੇ ਸਥਾਪਿਤ ਹੋ ਗਿਆ ਕਿਉਂਕਿ ਆਹ ਘਰ ਚੌਥਾ ਪਾਤਸ਼ਾਹ ਨੇ ਉੱਪਰ ਲਿਖਿਆ ਹੋਇਆ, ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਇਹਨੂੰ ਉੱਥੇ 91 ਅੰਗ ਤੇ ਲਿਖਿਆ, ਇਹ 24 ਅੰਗ ਤੇ 91 ਅੰਗ ਤੇ ਪਾਤਸ਼ਾਹ ਨੇ ਲਿਖਿਆ ਹੈ ਕਿ ਏਕ ਸਵਾਨ ਕਹਿ ਕਰ ਗਾਵਣਾ। ਫਿਰ ਆ ਗਿਆ ਜੀ ਰਹਾਓ ਦਾ ਪਦਾ। ਰਹਾਓ ਦਾ ਪਦਾ ਕਿਵੇਂ ਭਿੰਨ ਹੋ ਰਿਹਾ? ਮੈਂ ਪਤ ਕੀ ਪੰਧ ਨ ਕਰਨੀ ਕੀ ਕਾਰ,
ਨਾ ਮੇਰੇ ਪਿਓ ਦੇ ਤੋਂ ਮੈਂ ਸਿੱਖਿਆ ਕੁਛ, ਨਾ ਉਹ ਰਾਹ ਫੜਿਆ, ਤੇ ਨਾ ਮੇਰੇ ਕੰਮ ਹੀ ਕੋਈ ਚੰਗੇ ਨੇ। ਨਾ ਪਥ ਕੀ ਪੰਧ ਨਾ ਕਰਨੀ ਕੀ ਕਾਰ, ਕਰ ਪਹਿਲਾ ਹਉ ਬਿਗੜੈ ਰੂਪ ਰਹਾ ਬਿਕਰਾਲ। ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ। ਚਾਰੇ ਤੁਕਾਂ ਨੂੰ ਘਰ ਪਹਿਲੇ ਵਜੋਂ ਇਕੱਠਿਆਂ ਪੜ੍ਹਨਾ ਤੇ ਘਰ ਪਹਿਲਾ ਹੋਇਆ। ਕਿਉਂਕਿ ਰਹਾਉ ਦਾ ਪਦਾ ਤੇ ਘਰ ਚੌਥੇ ਤੋਂ ਭਿੰਨ ਹੋਏਗਾ ਹੀ, ਰਿਹਾ ਹੋਏਗਾ ਹੀ, ਪਰ ਸਾਰੇ ਪਦੇ ਘਰ ਚੌਥੇ 'ਚ ਹੋਣੇ ਚਾਹੀਦੇ ਨੇ। ਇਹ ਪਹਿਲਾ ਪਦਾ ਹੈ। ਆਓ ਦੂਜਾ ਪਦਾ ਦੇਖਦੇ ਹਾਂ। ਮੁਖ ਨਿੰਦਾ ਆਖਾ ਦਿਨ ਰਾਤ, ਪਰ ਕਰ ਜੋਹੀ ਨੀਚ ਸਨਾਥ। ਕਾਮ ਕ੍ਰੋਧ ਤਨ ਵਸੈ ਚੰਡਾਲ, ਧਾਨਕ ਰੂਪ ਰਹਾ ਕਰਤਾਰ। ਤੋ ਸਾਰੇ ਤੁਕਾਂ ਵਿੱਚ, ਕਿਉਂਕਿ ਅਸੀਂ ਸਭ ਤੋਂ ਪਹਿਲੇ ਦੇਖਣਾ ਘਰ ਕਿਹੜਾ ਹੈ। ਘਰ ਚੌਥਾ ਹੈ। 4 ਤੁਕਾਂ ਨੇ, ਇੱਕ ਘਰ। ਫਿਰ ਅੱਗੇ ਆ ਗਏ ਜੀ ਆਪਾਂ ਤੀਜਾ ਪਦਾ, ਫਾਹੀ ਸੁਰਤ ਮਲੂਕੀ ਵੇਸ। ਠੱਗਣ ਵਾਲਾ ਕੰਮ ਹੈ ਤੇ ਵੇਸ ਭੂਸ਼ਾ ਜਿਹੜੀ ਹੈ ਸੰਤਾਂ ਵਾਲੀ, ਸਾਧਾਂ ਵਾਲੀ। ਫਾਹੀ ਸੁਰਤ ਮਲੂਕੀ ਵੇਸ, ਹੋ ਠਗਵਾੜਾ ਠੱਗੀ ਦੇਸ। ਗੁਰੂ ਸਾਹਿਬ ਨੇ ਨਾ ਹੀ ਸਾਡੇ ਕਹਿੰਦੇ ਜਿੱਥੇ ਤੁਰਿਆ ਨਾ, ਠੱਗਣ ਵਾਲਾ ਕੰਮ ਤੇਰਾ, ਠਗਵਾੜਾ। ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ। 4 ਤੁਕਾਂ, 4 ਘਰ, ਘਰ ਚੌਥਾ। ਚੌਥਾ ਪਦਾ, ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੈ ਵਿਚਾਰ। ਧਾਨਕ ਰੂਪ ਰਹਾ ਕਰਤਾਰ। ਤੋ ਜਿਹੜਾ ਏਕ ਸਵਾਨ ਕਹਿ ਕਰ ਗਾਵਣਾ, ਉਹ ਏਕ ਸਵਾਨ ਕਹਿ ਕਰ ਗਾਵਣਾ, ਘਰ ਚੌਥੇ 'ਚ ਗਾਵਣਾ। ਤੇ ਘਰ ਚੌਥਾ ਇਸ ਦਾ ਸਥਾਪਿਤ ਹੋਇਆ। ਹੁਣ ਇਹਨੂੰ ਅਸੀਂ ਉੱਥੇ ਲਾਗੂ ਕਰਨਾ ਹੈ ਜਿਹੜੇ ਸ਼ਬਦ ਤੇ ਜਨਨੀ ਜਾਨਤ ਸੁਤ ਬੜਾ ਹੋਤਾ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਉਹਦੇ ਤੇ ਆਪਾਂ ਹੁਣ ਘਰ ਚੌਥਾ ਲਾਗੂ ਕਰਨਾ ਹੈ। ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕਹਿ ਕਰ ਗਾਵਣਾ। ਹੁਣ ਸਾਨੂੰ ਪਤਾ ਲੱਗ ਗਿਆ ਕਿ ਏਕ ਸਵਾਨ ਕਹਿ ਗਾਵਣਾ ਕੀ ਹੁੰਦਾ ਹੈ। ਇਹ ਹੁੰਦਾ ਹੈ ਘਰ ਚੌਥੇ ਕਹਿ ਕਰ ਗਾਵਣਾ। ਤੇ ਹੁਣ ਇਹਨੂੰ ਘਰ ਚੌਥੇ ਵਿੱਚ ਜਨਨੀ ਜਾਨਤ ਸੁਤ ਬੜਾ ਹੋਤਾ ਹੈ। ਇੱਕ ਗੱਲ ਹੋ ਗਈ, ਪਹਿਲਾ ਘਰ ਹੋ ਗਿਆ। ਮਾਂ ਸਮਝਦੀ ਹੈ ਕਿ ਮੇਰਾ ਪੁੱਤ ਵੱਡਾ ਹੋ ਰਿਹਾ। ਜਨਨੀ ਜਾਨਤ ਸੁਤ ਬੜਾ ਹੋਤਾ ਹੈ। ਉਹ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਉਹ ਇੰਨਾ ਨਹੀਂ ਸਮਝਦੀ ਪਈ ਕਿ ਰੋਜ਼ ਰੋਜ਼ ਉਹਦੀ ਉਮਰ ਕੱਟੀ ਜਾਂਦੀ ਹੈ। ਔਰ ਮੋਰ ਮੋਰ ਕਰ ਅਦਕ ਲਾਡ ਧਰ, ਮੇਰਾ ਮੇਰਾ ਕਹਿੰਦੀ ਤੇ ਹੋਰ ਲਾਡ ਕਰਦੀ ਹੈ। ਇਹਨੂੰ ਦੇਖ ਕੇ ਜਮਰਾਜ ਉਹਨੂੰ ਦੇਖ ਕੇ ਉੱਪਰ ਹੱਸਦਾ ਪਿਆ। ਪੇਖਤ ਹੀ ਜਮਰਾਓ ਹੱਸੇ। 2 + 2 ਦੁੱਤ ਕੇ ਪਦਾ, ਘਰ ਚੌਥਾ। ਏਕ ਸਵਾਨ ਕੇ ਕਰ, ਇਹ ਘਰ ਚੌਥਾ। ਪਰ ਰਹਾਓ ਐਸਾ ਤੈਂ ਜਗ, ਹੁਣ ਇਹ 'ਚ ਘਰ 4 ਬਣਾ ਕੇ ਦੇਖੀਏ, ਬਣ ਹੀ ਨਹੀਂ ਸਕਦੇ। ਐਸਾ ਤੈਂ ਜਗ ਭਰਮ ਲਾਇਆ, ਇਹੋ ਜਿਹਾ ਤੂੰ ਭਰਮ ਭੁਲੇਖੇ ਜਾਲ 'ਚ ਫਸਾਇਆ ਸਾਰਿਆਂ ਨੂੰ। ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਘਰ ਪਹਿਲੇ 'ਚ ਰਿਹਾ ਹੋਇਆ ਰਹਾਓ ਦਾ ਪਦਾ। कहत कबीर छोड़ बिख्यारा सित संगत नेचो मरना। ਜਿਹੜੀ ਤੂੰ ਸੰਗਤ ਆ ਫੜੀ ਹੈ ਨਾ ਵਿਖਿਆ ਵਾਲੀ, ਇਹ ਤੋਰਾ ਪੱਕਾ ਯਕੀਨੀ ਹੈ ਤੂੰ ਮਰੇਂਗਾ ਇਹਦੇ 'ਚ। ਹੁਣ ਦੱਸਦੇ ਨੇ 3 ਕਰ ਹੋਇਆ। ਰਮਈਆ ਜਪੋ ਪ੍ਰਾਣੀ, ਅਨਤ ਜੀਵਨ ਬਾਣੀ, ਇਨ ਬਿਦ ਪਵ ਸਾਗਰ ਤਰਨਾ। ਜੇ ਤੂੰ ਤਰਨਾ ਹੈ ਤਾਂ ਆ ਸੰਗਤ ਹੈ ਤੇਰੀ। ਆਹ ਸੰਗਤ ਦੇ ਕਿ ਜਿਹੜੀ ਸੰਗਤ ਤੂੰ ਵਿਖਿਆ ਵਾਲੀ ਹੈ ਨਾ, ਇਹਨੂੰ ਛੱਡ ਦੇ। ਇਸ ਕਰਕੇ ਉਹ ਸਾਰਾ ਇਕੱਠਾ ਹੈ। कहत कबीर छोड़ बिख्यारा सित संगत नेचो मरना। यकीनी पक्का परतख मरेगा तू। कर चौथा दूजे पद ही हो गया जी। तीजे पद पातशाह ने तुकां ही 4 देतियां, काम ही सौखा करता। जां तिस पावे तां लागे पाओ, भरम भुलावा विचों जाए। उपजे सहज ज्ञान मत जागे, गुर प्रसाद अंतर लिव लागे। ਆਹੀ ਕਿਸੇ ਹੋਰ ਘਰ 'ਚ ਆਉਂਦਾ ਸੀ ਤੇ ਰੁਕਦੇ ਵਿੱਚ, ਪਰ ਘਰ ਚੌਥੇ 'ਚ ਪਾਤਸ਼ਾਹ ਨੇ ਕਿਹਾ ਤੇ ਇੱਦਾਂ ਪੜ੍ਹਨਾ ਆਪਾਂ। ਜਦੋਂ ਜਿੰਨੀਆਂ ਤੁਕਾਂ ਹੁਣ ਉਹਨਾਂ ਘਰ ਹੋਏ ਤੇ ਉਹ ਘਰ ਪਹਿਲੇ 'ਚ ਪੜਾਂਗੇ ਸਾਰੀਆਂ। ਰਹਾਓ ਦੂਜਾ, ਇਸ ਦੇਖੋ ਇੱਥੇ ਆ ਗਿਆ ਰਹਾਓ ਦੂਜਾ। ਪਹਿਲਾ ਰਹਾਓ ਕੀ ਸੀਗਾ? ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਮਾਇਆ। ਕਰ ਪਹਿਲਾ। ਹੁਣ ਦੇਖੋ, ਇਤ ਸੰਗਤ ਨਾ ਹੀ ਮਰਨਾ, ਹੁਕਮ ਪਛਾਣ ਤਾ ਖਸਮੇ ਮਿਲਣਾ। ਫਿਰ ਤੂੰ ਮਿਲੇਗਾ ਖਸਮ ਨੂੰ, ਹੁਕਮ ਨੂੰ ਪਛਾਣ ਲੈ। ਹੁਕਮ ਪਛਾਣ ਤੇ ਪਾਤਸ਼ਾਹ ਨੇ ਰੁਕ।
ਜਿੱਥੇ ਰੁਕਣ ਨੂੰ ਕਿਹਾ ਉਹ ਸਾਨੂੰ ਕਰ ਦਿੱਤਾ, ਉਹਨੂੰ ਸਿੰਜਣਾ ਅੰਦਰ, ਉਹੀ ਹੈ ਸਾਡਾ ਜਿਹੜਾ ਅੰਮ੍ਰਿਤ ਹੈ ਉਹਦੇ ਚੋਂ। ਤੋ ਇਹ ਦੋ ਇਸ ਕਰਕੇ ਰਹਾਓ ਦੂਜਾ ਹੈ। ਨਹੀਂ ਤਾਂ 6 ਦੇ 6 ਰਹਾਓ ਹੀ ਹੁੰਦੇ ਨੇ, 4 ਦੇ 4 ਰਹਾਓ ਹੀ ਨੇ, 3 ਦੇ 3 ਰਹਾਓ ਹੀ ਨੇ। ਇਸ 2 ਰਹਾਓ ਵਾਲੇ ਸ਼ਬਦ ਵਿੱਚ ਵੀ ਰਹਾਓ ਦੂਜਾ ਆਇਆ। ਪਹਿਲਾ ਪੜਾਅ ਪਾਰ ਹੋਇਆ ਜੀ, ਏਕ ਸਵਾਨ ਕਹਿ ਕਰ ਗਾਵਣਾ। ਇਹਦੇ 'ਚ ਕੋਈ ਸ੍ਰੀ ਰਾਗ ਦਾ ਤੋਖਲਾ ਨਹੀਂ ਹੈ, ਕੋਈ ਮੀਂਡ ਨਹੀਂ ਹੈ, ਕੋਈ ਤਾਲ ਨਹੀਂ ਹੈ। ਏਕ ਸਵਾਨ ਕਹਿ ਕਰ ਗਾਵਣਾ ਦਾ ਗੁਰੂ ਸਾਹਿਬ ਪਹਿਲੀ ਤੁਕ ਨੂੰ ਹੈਡਿੰਗ ਦਿੰਦੇ ਨੇ ਸ਼ਬਦ ਦਾ, ਸਾਨੂੰ ਵੀ ਇਹੀ ਕਰਨਾ ਚਾਹੀਦਾ। ਏਕ ਸਵਾਨ ਦੋ ਸਵਾਨੀ ਨਾਲ ਨੂੰ ਕਹਾਂਗੇ ਏਕ ਸਵਾਨ ਕਹਿ ਕਰ ਗਾਵਣਾ। ਹੁਣ ਆਇਆ ਜੀ ਪਹਰਿਆ ਕਹਿ ਕਰ ਗਾਵਣਾ। ਇਹ ਪਹਿਲੀ ਤੁਕ ਵਿੱਚ ਪਹਰੇ ਹੋਣਗੇ। ਉੱਥੇ ਕਿੱਥੇ ਦੇਖਾਂਗੇ ਆਪਾਂ? ਇਹ ਸਾਰਾ ਸ਼ਬਦ ਕੀ ਹੈ? ਸ੍ਰੀ ਰਾਗ ਬਾਣੀ ਭਗਤ ਬੀਣੀ ਜਿਉ ਕੀ ਪਹਰਿਆ ਕਹਿ ਕਰ ਗਾਵਣਾ। ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ। ਉਰਦ ਉਲਟਾ ਹੋਇਆ ਪਿਆ। ਇਹ ਜਿਹੜਾ ਹੁਣ ਇਹ ਇੱਥੇ ਲਿਖਿਆ ਪਹਰਿਆ ਕਹਿ ਕਰ ਗਾਵਣਾ 93 ਅੰਗ ਤੇ ਆਪਾਂ ਦੇਖੀਏ 93 ਤੋਂ ਪਹਿਲਾਂ ਇਹ ਲਗਭਗ 74 ਅੰਗ ਤੇ ਸ਼ਾਇਦ ਇਹ ਵਾਲਾ ਸ਼ਬਦ ਹੈ। ਸ੍ਰੀ ਰਾਗ ਮਹੱਲਾ ਪਹਿਲਾ ਪਹਰੇ ਘਰ ਪਹਿਲਾ। ਉੱਥੇ ਘਰ ਚੌਥਾ ਗੁਰੂ ਸਾਹਿਬ ਨੇ ਬਖਸ਼ਤਾ ਵੀ ਉੱਥੋਂ ਮੇਰੇ ਲਾਲ ਆਣਗੇ ਦੇਖਦੇ ਦੇਖਦੇ ਏਕ ਸਵਾਨ ਕਹਿ ਗਾਵਣਾ ਤੇ ਮੈਂ ਇੱਥੇ ਘਰ ਦੇ ਦਾਂ। ਉਹਨਾਂ ਨੇ ਘਰ ਚੌਥਾ ਦੇ ਤਾ। ਇੱਥੇ ਅਸੀਂ ਪਹਿਰੇ ਦੇਖਦੇ ਜਦੋਂ ਆਵਾਂਗੇ ਤੇ ਗੁਰੂ ਸਾਹਿਬ ਨੇ ਕਿਹਾ ਆਹ ਲੈ ਘਰ ਪਹਿਲਾ। ਜਿਹੜਾ ਉੱਥੇ ਲਿਖਿਆ ਸੀ ਨਾ ਪਹਿਰੇ ਕਹਿ ਕਰ ਗਾਵਣਾ, ਆਹ ਪਹਿਰੇ ਨੇ ਤੇ ਘਰ ਪਹਿਲਾ। ਪਹਿਲੇ ਪਹਰੇ ਰਹਿਣ ਕਹਿ ਵਣਜਾਰਿਆ ਮਿੱਤਰਾ ਹੁਕਮ ਪਿਆ ਅਗਰ ਪਾਸ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲਾਗਾ। ਨਾ ਮਰਜਾਦ ਆਇਆ ਕਲ ਭੀਤਰ ਬਾਹੁੜ ਜਾਸੀ ਨਾਗਾ। ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ। ਕਹ ਨਾਨਕ ਪ੍ਰਾਣੀ ਪਹਿਲੇ ਪਹਰੈ ਹੁਕਮ ਪਿਆ ਕਰ ਪਾਸ। ਤੁਕਾਂ 1 2 3 4 5 6 ਜੇ 5 ਹੁੰਦੀਆਂ ਛੰਤ ਕਰ ਦੂਜਾ ਹੁੰਦਾ, ਕਿਉਂਕਿ 6 ਨੇ ਛੰਤ ਕਰ ਪਹਿਲਾ। ਛੰਤ ਹੈ ਕਿਉਂਕਿ ਪਹਰੇ ਔਰ ਵਣਜਾਰਾ ਮਿੱਤਰਾ ਸਾਰੇ ਛੰਤਾਂ 'ਚ ਉਹ ਤੀਜੀ ਤੁਕ ਦਾ ਘੁੰਮਣਾ ਛੰਤ। ਛੰਤ ਦਾ ਰੂਲ ਚੱਲੇਗਾ, ਸ਼ਬਦ ਦਾ ਰੂਲ ਨਹੀਂ ਚੱਲੇਗਾ। ਇਹ ਵਿਧਾਨ ਚੱਲੇਗਾ ਛੰਤ ਵਾਲਾ। ਤਾਂ ਛੰਤ ਦੇ ਵਿਧਾਨ 'ਚ ਜਦੋਂ 2 ਤੁਕਾਂ 6 ਤੁਕਾਂ ਵਿੱਚ 2 ਕਰ ਹੋਣ ਤਾਂ ਉਹ ਛੰਤ ਕਰ ਪਹਿਲਾ ਤੇ ਕਰ ਪਹਿਲਾ ਇਹ ਪੂਰਾ ਹੋਇਆ। ਛੰਤ ਕਰ ਪਹਿਲੇ ਦੇ ਨਾਲ। ਦੂਸਰਾ ਪਦਾ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ। ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ ਜੋ ਜਸਦਾ ਕਰ ਕਾਨ। ਜੇ ਸਾਰੇ ਤੁਕਾਂ ਵਿੱਚ 2 ਕਰ 6 ਤੁਕਾਂ ਛੰਤ ਕਰ ਪਹਿਲਾ। ਤੀਜਾ ਪਹਿਰਾ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਧਨ ਜੋ ਬੰਸਿਓ ਚਿੱਤ। ਹਰ ਕਾ ਨਾਮ ਨਾ ਚੇਤੀ ਵਣਜਾਰਿਆ ਮਿੱਤਰਾ ਬੱਧਾ ਛੁੱਟੇ ਜਿੱਤ। ਤੋ ਇਹ 2 ਕਰ ਫਿਰ 6 ਤੁਕਾਂ ਵਿੱਚ। ਤੋ ਇਹ ਹੋ ਗਿਆ ਛੰਤ ਕਰ ਪਹਿਲਾ। ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ। ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ। ਤੋ ਇਹ ਸਾਰੇ 2 ਕਰ ਕਿਉਂਕਿ ਤੁਕਾਂ 6 ਨੇ। ਇਹ ਬਹੁਤ ਜ਼ਰੂਰੀ ਹੈ। ਤੁਕਾਂ 6 ਨੇ ਛੰਤ ਦੀਆਂ, ਇਸ ਕਰਕੇ ਛੰਤ ਕਰ ਪਹਿਲਾ। ਤੋ ਇਸ ਕਰਕੇ ਘਰ ਪਹਿਲਾ ਇਹ ਦਾ ਪਹਿਲਾ ਪੜਾ। ਦੂਸਰੇ ਦਾ ਪਹਰਿਆ ਕਹਿ ਕਰ ਗਾਵਣਾ ਦਾ ਪਹਿਲਾ ਪੜਾ ਕਿ ਘਰ ਪਹਿਰੇ ਦੇ ਘਰ ਪਹਿਲੇ ਘਰ ਪਹਿਲਾ ਸਥਾਪਿਤ ਹੋ ਗਿਆ। ਹੁਣ ਵਾਪਸ ਜਾਈਏ ਉਸ ਸ਼ਬਦ ਤੇ ਸ੍ਰੀ ਰਾਗ ਬਾਣੀ ਭਗਤ ਬੇਣੀ ਜਿਉ ਕੀ ਪਹਰਿਆ ਕਹਿ ਕਰ ਗਾਵਣਾ। ਹੁਣ ਸਾਨੂੰ ਪਤਾ ਹੈ ਪਹਰਿਆ ਕਹਿ ਕਰ ਗਾਵਣਾ ਦਾ ਮਤਲਬ ਕੀ ਹੈ ਕਿ ਘਰ ਪਹਿਲੇ ਵਿੱਚ ਗਾਵਣਾ। ਹੁਣ ਘਰ ਪਹਿਲੇ ਤੈਨੂੰ ਆਪਾਂ ਲੈ ਕੇ ਆਉਣਾ ਤੇ ਇਹ ਘਰ ਪਹਿਲੇ ਦੇ ਸ਼ਬਦ ਹੋ ਗਿਆ। ਸਵਾਏ ਰਹਾਓ ਦਾ ਫਿਰ ਪਛਤਾਏਗਾ ਮੂੜਿਆ ਤੂੰ ਕਵਨ ਕੁਮਤ ਪ੍ਰਮ ਲਾਗਾ। 2 ਚੇਤ ਰਾਮ ਨਾਹੀ ਜਮਪੁਰ ਜਾਹੇਗਾ ਜਨ ਵਿਚਰੈ ਅਨਰਾਧਾ। ਰਹਾਓ ਦਾ ਪਦਾ ਘਰ ਚੌਥੇ ਵਿੱਚ 2 ਜਮਾ 2। ਇੱਥੇ ਘਰ ਪਹਿਲਾ ਸਥਾਪਿਤ ਹੋ ਗਿਆ। ਤੋਂ ਪਹਿਲੇ 2 ਪੜਾ ਜਿਹੜੇ ਨੇ 4 ਜਿਹੜੇ ਮੁੱਖ ਜਿਹੜੇ ਨਿਰਦੇਸ਼ ਨੇ ਉਹਨਾਂ ਚੋਂ ਪਹਿਲੇ 2 ਇਹ ਹੋਏ। ਤੀਸਰਾ रहोए के छंत के कर। तो ये जो 203 अंग ते पातशाह का ये जो निर्देश है इतों ही क्लीयर हो गया कि रहोए के ये है तो छंत क्योंकि लिखता छंत। छंत विच रहाओ नहीं हुंदा। हुण ये जदों असी सवान लभना सीगा ते सवान
ਲੱਭ ਗਿਆ ਸ਼ਬਦ। ਜਦੋਂ ਪਹਿਰੇ ਲੱਭਣਾ ਸੀ ਪਹਿਰੇ ਲੱਭ ਗਿਆ। ਅੱਗੋਂ ਅਸੀਂ ਯਾਨੜੀ ਦੇਖਾਂਗੇ ਤੇ ਯਾਨੜੀ ਵੀ ਲੱਭ ਜਾਏਗਾ। ਰहोए ਸ਼ਬਦ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। रहोए ਤਾਂ ਨਹੀਂ ਹੈ, ਰਹਾਓ ਹੈ। रहोए के ਛੰਤ ਕੇ ਘਰ, ਉਸ ਛੰਤ ਦੇ ਘਰ ਵਿੱਚ, ਰਾਰੇ ਨੂੰ ਘਰ ਵਿੱਚ, ਜਿਸ ਛੰਤ ਵਿੱਚ ਰਹਾਓ ਹੈ। ਰਹਾਓ ਤਾਂ ਹੁੰਦਾ ਨਹੀਂ ਹੈ ਛੰਤ ਵਿੱਚ, ਤੇ ਇਹੋ ਜਿਹਾ ਕੋਈ ਹੈ ਤਾਂ ਨਹੀਂ। ਫਿਰ ਆਪਾਂ 203 ਅੰਗ ਤੋਂ ਪਹਿਲਾਂ ਆ ਤਾਂ ਸਾਡਾ ਸ਼ਬਦ ਆ ਗਿਆ, ਗੌੜੀ ਬੈਰਾਗਣ रहोए के ਛੰਤ ਕੇ ਘਰ ਮਹੱਲਾ ਪੰਜਵਾਂ। ਹੈ ਕੋਈ ਰਾਮ ਪਿਆਰੋ ਗਾਵੇ, ਸਰਬ ਕਲਿਆਣ ਸੁਖ ਸੱਚ ਪਾਵੇ। ਰਹਾਓ ਪਹਿਲਾ ਪਦਾ ਹੋ ਗਿਆ, ਇਸ ਕਰਕੇ ਇਹ ਪੜਤਾਲ ਹੋ ਸਕਦੀ ਹੈ, ਕਿਉਂਕਿ ਲਿਖਿਆ ਨਹੀਂ ਉੱਪਰ ਪੜਤਾਲ। ਪਰ ਗੁਰੂ ਸਾਹਿਬ ਨੇ ਜਿੱਥੇ ਤੇ ਪੜਤਾਲ ਲਿਖਿਆ ਉੱਥੇ ਹਰ ਵਾਰ ਦੱਸਤਾ ਰਹਾਓ ਪਹਿਲਾ ਪਦਾ ਕਰਕੇ। ਸ਼ਬਦ ਜਿੱਥੇ ਇੱਥੇ ਹੈ ਘਰ ਦੂਜਾ ਪਦਾ ਰਹਾਓ ਦੱਸਤਾ। ਇਹ ਹੁਣ ਸਿਰਫ ਰਹਾਓ ਪਹਿਲਾ ਪਦਾ ਕੀਤਾ ਤੇ ਇਹਨੂੰ ਅਸੀਂ ਉਸੇ ਤਰ੍ਹਾਂ ਹੀ ਸਮਝ ਕੇ ਅੱਗੇ ਨੂੰ, ਪਰ ਕਿਉਂਕਿ ਅੰਤਰੇ ਦੇ ਇੱਕ ਤੋਂ ਵੱਧ ਹੈਗੇ ਤਾਂ ਇਸ ਤਰ੍ਹਾਂ। ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਕਿ ਹੁਣ ਆਪਾਂ ਦੇਖੀ ਪਹਿਲਾ ਪਦਾ ਉਹ ਇੱਕ ਇਹੋ ਜਿਹਾ ਛੰਤ ਸਾਨੂੰ ਚਾਹੀਦਾ ਜਿਹਦੇ ਵਿੱਚ ਰਹਾਓ ਵੀ ਹੋਵੇ, ਤੇ ਸਾਨੂੰ ਇਹੋ ਜਿਹਾ ਛੰਤ ਮਿਲ ਜਾਂਦਾ। ਕਿੱਥੇ ਛੰਤ ਹੈ? ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ। ਹਰ ਹਰ ਉੱਤਮ ਨਾਮ ਹੈ, ਜਿਨ ਸਿਰਿਆ ਸਭ ਕੋਏ ਜਿਉ। ਹਰ ਜੀ ਸਭੇ ਪ੍ਰਤਪਾਲਦਾ, ਘਟ ਘਟ ਰਮਈਆ ਸੋਏ। ਸੋ ਹਰ ਹਰ ਸਦਾ ਧਿਆਈਐ, ਤਿਸ ਬਿਨ ਅਵਰ ਨ ਕੋਏ। ਜੋ ਮੋਹ ਮਾਇਆ ਚਿਤ ਲਾਏ ਦੇ, ਸੇ ਛੋੜ ਚਲੇ ਦੁਖ ਰੋਏ। ਜਨ ਨਾਨਕ ਨਾਮ ਧਿਆਇਆ, ਹਰ ਅੰਤ ਸਹਾਈ ਹੋਏ। ਦੋ ਘਰ ਹਰ ਤੁਕ ਵਿੱਚ, ਪਰ ਤੁਕਾਂ ਕਿੰਨੀਆਂ ਨੇ? 1 2 3 4 5 6 ਨਹੀਂ ਹੈ। 5 ਤੁਕਾਂ ਵਿੱਚ ਹਰ ਤੁਕ ਵਿੱਚ ਦੋ ਘਰ। ਛੰਤ ਕਰ ਦੂਜਾ ਵਿਧਾਨ ਅਨੁਸਾਰ ਜੋ ਪਹਿਲੇ ਸਥਾਪਿਤ ਕੀਤਾ। ਤੋ ਘਰ ਦੂਜਾ, ਤੇ ਇਹਦਾ ਮਤਲਬ ਜਿਹੜਾ ਰहोए ਕੇ ਛੰਤ ਕੇ ਘਰ ਇੱਥੇ ਲਿਖਿਆ ਸੀ, ਉਹ ਗੁਰੂ ਸਾਹਿਬ ਦਾ ਵਣਜਾਰਾ ਵਿੱਚ ਇਹ ਛੰਤ ਘਰ ਦੂਜੇ ਵਿੱਚ ਆ ਰਿਹਾ। ਹੁਣ ਇੱਥੇ ਲੈਵਲ ਵਧਿਆ। ਹਰ ਵਾਰੀ ਸਾਨੂੰ ਅੱਗੋਂ ਮਿਲਿਆ ਲਿਖਿਆ ਹੋਇਆ ਘਰ ਚੌਥਾ ਪਹਿਲੀ ਵਾਰੀ, ਘਰ ਪਹਿਲਾ ਦੂਜੀ ਵਾਰੀ। ਇੱਥੇ ਗੁਰੂ ਸਾਹਿਬ ਨੇ ਅੱਗੇ ਨਹੀਂ ਲਿਖਿਆ, ਪਰ ਇਹਦੇ ਚੋਂ ਦੱਸਿਆ ਛੰਤ ਕਹਿਤਾ। ਛੰਤ ਦਾ ਘਰ 5 ਤੁਕਾਂ ਕਰਕੇ ਛੰਤ ਘਰ ਦੂਜਾ ਸਥਾਪਿਤ ਹੋਇਆ, ਘਰ ਦੂਜੇ ਦਾ। ਪਰ ਅੱਛਾ, ਇਹ ਕਿਉਂ रहोए ਕੇ ਛੰਤ ਹੈ? ਆਹ ਤਾਂ ਛੰਤ ਹੈ ਤੇ ਨਾਲ ਰਹਾਓ ਦਾ ਪਦਾ। ਰਹਾਓ ਤਾਂ ਹੁੰਦਾ ਹੀ ਨਹੀਂ ਕਿਸੇ ਛੰਤ 'ਚ। ਮੈਂ ਹਰ ਬਿਨ ਅਵਰ ਨਾ ਕੋਏ, ਪਹਿਲਾ ਘਰ। ਹਰ ਗੁਰ ਸਰਣਾਈ ਪਾਈਏ ਵਣਜਾਰਿਆ ਮਿੱਤਰਾ, ਵਡ ਭਾਗ ਪ੍ਰਾਪਤ ਹੋਏ ਰਹਾਓ। ਗੁਰੂ ਸਾਹਿਬ ਨੇ ਖੁਦ ਰਹਾਓ ਕਹਿਤਾ, ਤਾਂ ਇਹ ਪਹਿਲਾ ਰਹਾਓ ਇਸ ਛੰਤ ਦਾ ਪਹਿਲੇ ਪਦੇ ਦੇ ਨਾਲ। ਚਲੋ ਇੱਕ ਰਹਾਓ ਤਾਂ ਸ਼ਬਦਾਂ ਨਾਲ ਵੀ ਹੁੰਦਾ, ਇਹਦੇ ਨਾਲ ਤੇ ਰਹਾਓ ਕੇ ਛੰਤ ਕਹਿਣ ਦੀ ਲੋੜ ਨਹੀਂ। ਹੋ ਸਕਦਾ ਹੈ ਰਹਾਓ ਇੱਥੇ ਛੰਤ ਨਾਲ ਆ ਗਿਆ, ਪਰ ਜੋ ਦੂਜਾ ਪਦਾ, ਦੂਸਰਾ ਪਦਾ, ਸੰਤ ਜਨਾ ਵਿਣ ਭਾਈਆ, ਹਰ ਕਿਨ ਨਾ ਪਾਇਆ ਨਾਉ। ਹਰ ਤੁਕ ਵਿੱਚ ਦੋ ਘਰ, ਫਿਰ ਰਹਾਓ। ਦੂਜਾ ਪਦਾ ਹੋਇਆ ਤੇ ਇੱਕ ਹੋਰ ਰਹਾਓ। ਇਹ ਰਹਾਓ ਦੂਸਰਾ। ਮਨ ਹਰ ਹਰ ਲਾਗਾ ਚਾਓ, ਗੁਰਪੂਰੇ ਨਾਮ ਦ੍ਰਿੜਾਇਆ, ਹਰ ਮਿਲਿਆ ਹਰ ਪ੍ਰਭ ਨਾਉ। ਘਰ ਤੀਜੇ ਵਿੱਚ ਦੂਜਾ ਪਦਾ ਹੈ ਤੇ ਦੂਜਾ ਰਹਾਓ। ਅੱਛਾ ਚਲੋ ਤੀਜਾ ਪਦਾ, ਜਬ ਲਗ ਜੋਬਨ ਸਾਸ ਹੈ, ਤਬ ਲਗ ਨਾਮ ਤੇ ਆਏ। ਦੋ ਘਰ, 5 ਤੁਕਾਂ ਔਰ ਫਿਰ ਰਹਾਓ। ਤੀਜੇ ਪਦੇ ਨਾਲ ਫਿਰ ਰਹਾਓ। ਮਨ ਹਰ ਹਰ ਪ੍ਰੀਤ ਲਗਾਏ, ਵਡ ਭਾਗੀ ਗੁਰ ਪਾਇਆ, ਗੁਰ ਸਬਦੀ ਪਾਰ ਲਗਾਏ। ਤੀਜੇ ਨਾਲ ਵੀ ਰਹਾਓ। ਚੌਥਾ ਪਦਾ, ਹਰ ਆਪੇ ਆਪ ਪਾਇਦਾ, ਹਰ ਆਪੇ ਦੇਵੈ ਲੈ। ਦੋ ਘਰ, 5 ਤੁਕਾਂ, ਛੰਤ ਕਰ ਦੂਜਾ, ਰਹਾ, ਹਾਂ ਪਦਾ ਦੂਜਾ, ਰਹਾਓ ਕਰ ਤੀਜਾ। ਇੱਕ ਹੋਰ ਚੌਥੇ ਨਾਲ ਚੌਥਾ ਰਹਾਓ। ਮਨ ਹਰ ਹਰ ਜਪਨ ਕਰੇ, ਹਰ ਗੁਰ ਸਰਣਾਈ, ਭਜ ਪਾਓ ਜਿੰਦੂ, ਸਭ ਕਿਲ ਵਿਕ ਦੁੱਖ ਪਰ ਹਰੇ। ਤੋ ਇਹ ਚੌਥੇ ਨਾਲ ਫਿਰ ਪੰਜਵਾਂ ਪਦਾ, 5ਵੇਂ ਨਾਲ ਫਿਰ ਰਹਾਓ। 6ਵਾਂ ਪਦਾ, 6ਵੇਂ ਨਾਲ ਫਿਰ ਰਹਾਓ। ਫਿਰ ਉੱਥੋਂ ਇਹ ਗੱਲ ਸਮਝ ਸੁਰਤ ਆਈ, ਇਹ ਗੱਲ ਕਿ रहोए ਕੇ ਛੰਤ ਕੀ ਹੈ। ਇੰਨੇ ਰਹਾਓ ਵਾਲਾ ਛੰਤ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਤਾਂ ਸ਼ਬਦਾਂ 'ਚ ਇੰਨੇ ਰਹਾਓ ਹੈਗੇ ਜਿੰਨੇ ਕਿ ਛੰਤਾਂ 'ਚ ਰਹਾ, ਇੱਕ ਛੰਤ 'ਚ ਰਹਾਓ ਲੱਗੇ। ਤਾਂ रहोए ਕੇ ਛੰਤ, ਤੋ रहोए ਕੇ ਛੰਤ ਕੇ ਘਰ ਸਾਨੂੰ ਮਿਲ ਗਿਆ। ਤੇ ਅਸੀਂ ਤੀਜੇ ਪੜਾਅ ਦਾ ਪਹਿਲਾ ਪਾਠ
ਕਿ ਅਸੀਂ ਹਾਲੇ ਦੇਖਿਆ ਕਿ ਰहोए के छंत के घर ਕਿਹੜਾ ਘਰ ਹੈ। ਉਹ ਛੰਤ ਦੀਆਂ ਹਰ ਤੁਕ ਵਿੱਚ 2-2 ਘਰ ਤੇ 5 ਤੁਕਾਂ ਨੇ ਦੱਸਤਾ ਇਹ ਘਰ ਦੂਜਾ ਹੈ। ਤੇ ਹੁਣ ਵਾਪਸ ਆਪਾਂ ਉੱਥੇ ਜਾਈਏ 6 ਪਦੇ ਕਰਕੇ, ਜਿੱਥੇ ਲਿਖਿਆ ਸੀ ਪਾਤਸ਼ਾਹ ਨੇ ਘਰ ਗੌੜੀ ਬੈਰਾਗਣ रहोए के छंत के घर। ਇਹ ਗੌੜੀ ਰਾਗ ਦਾ ਘਰ ਜਿਹਨੂੰ ਅਸੀਂ ਕਹਿੰਦੇ ਗੌੜੀ 'ਚ ਨਹੀਂ ਹੁੰਦਾ। ਗੌੜੀ ਬੈਰਾਗਣ रहोए के छंत के घर ਗੁਰੂ ਸਾਹਿਬ ਨੇ ਦੱਸਤਾ ਨਾ ਘਰ ਹੈ ਕੋਈ ਰਾਮ ਪਿਆਰੋ ਗਾਵੇ। ਜਦੋਂ ਪਹਿਲਾ ਰਹਾਉ ਆ ਗਿਆ, ਇਹ ਨਹੀਂ ਹੋਏਗਾ ਘਰ ਦੂਜੇ ਵਿੱਚ, ਇਹ ਕਿਸੇ ਹੋਰ ਘਰ 'ਚ ਹੋਏਗਾ। ਹੁਣ ਆਪਾਂ ਆਉਂਦੇ ਹਾਂ ਜੀ ਕੁਝ ਕੁ ਹੋਰ ਘਰਾਂ ਨੂੰ ਦੇਖੀਏ। ਅੰਗ 405, 406, 407, 408 ਤੇ 409 ਰਾਗ ਆਸਾ। ਰਾਗ ਆਸਾ ਦੇ ਜਿਹੜੇ 1 2 3 5 ਅੰਗ ਨੇ, ਇਹਨਾਂ ਵਿੱਚ ਅਸੀਂ ਕੁਝ ਘਰਾਂ ਨੂੰ ਵਿਚਾਰਦੇ ਹਾਂ ਉਸ ਦੇ ਨਾਲ ਜਿਹੜੀ ਆਪਾਂ ਵਿਚਾਰ ਆਪਾਂ ਹੁਣ ਕੀਤੀ ਹੈ। ਇਹ ਵਾਲਾ ਘਰ ਦੂਜਾ ਲਿਖਿਆ ਹੈ, ਕੀ ਤੁਸੀਂ ਇਹਦੇ ਨਾਲ ਦੇਖੋ ਤੁਹਾਨੂੰ ਲੱਗਦਾ ਤਿਆਗ ਸਗਲ ਸਿਆਣਪਾ ਭਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਬਾਜ ਹੋ ਸਗਲ ਦੀਸੈ ਸਾਰ। 2 ਘਰ ਦੂਜਾ, ਠੀਕ ਹੈ ਜੀ। ਪਰ ਹੁਣ ਦੂਜਾ ਨਹੀਂ ਬਣਨਾ, ਦੇਖੋ ਕਿਉਂਕਿ ਰਹਾਉ ਆ ਗਿਆ। ਸੋ ਪ੍ਰਭ ਜਾਣੀਏ ਸਦ ਸੰਗ, 2 ਨਹੀਂ ਘਰ ਬਣ ਸਕਦੇ। 1 ਘਰ ਗੁਰਪ੍ਰਸਾਦੀ ਬੂਝੀਏ ਏਕ ਹਰ ਕੇ ਰੰਗ। ਜਦੋਂ ਇਸ ਤਰ੍ਹਾਂ 1 ਤੇ 2 ਬਣਨ, ਹਮੇਸ਼ਾ ਘਰ ਪਹਿਲਾ, ਜਾਂ ਇਹ ਘਰ ਤੀਜਾ ਹੋ ਸਕਦਾ ਜੇ ਇੰਨਾ ਵਿਸ਼ਾ ਉਹਦਾ ਭਿੰਨ ਹੋਏ ਤੇ ਘਰ ਤੀਜਾ। ਫਿਰ ਅਗਲਾ ਦੂਜਾ ਪਦਾ ਸਰਣ ਸਮਰੱਥ ਏਕ ਕੇਰੀ ਦੂਜਾ ਨਾ ਹੀ ਠਾਓ। ਮਹਾਭੌਜੈ ਲੱਗੀ ਹੈ ਸਦਾ ਹਰ ਗੁਣ ਗਾਓ। 2 ਘਰ ਕਲੀਅਰ। ਘਰ ਦੂਜਾ ਜਨਮ ਮਰਨ ਨਿਵਾਰੀ ਹੈ ਦੁੱਖ ਨਾ ਜੰਪਰ ਹੋਏ। ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ। 2 ਘਰ। ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਨ ਅਵਰ ਨਾ ਹੋਰ। ਹਰ ਤੁਕ ਵਿੱਚ 2 ਘਰ। ਘਰ ਦੂਜਾ, ਠੀਕ ਹੈ ਜੀ, ਓਕੇ। ਹੁਣ ਆਪਾਂ ਚੱਲਦੇ ਹਾਂ ਘਰ ਤੀਜੇ ਤੇ। 1 ਤੁਕੇ ਪਦਾ, ਪਰ ਪਹਿਲਾ ਪਦਾ ਰਹਾਉ ਦਾ ਹੈ, ਇਸ ਕਰਕੇ ਇਹ ਕੋਈ ਪੜਤਾਲ ਹੋ ਸਕਦੀ ਹੈ। 1 ਤੋਂ ਵੱਧ ਅੰਤਰੇ ਨੇ। ਸਤਿਗੁਰ ਬਚਨ ਤੁਮਾਰੇ 1 ਘਰ। ਘਰ ਪਹਿਲਾ ਨਿਰਗੁਣ ਨਿਸਤਾਰੇ, ਰਹਾਉ ਖਤਮ ਹੋ ਗਿਆ। 1 ਘਰ, ਪਰ ਰਹਾਉ ਲਿਖਿਆ ਰਹਾਉ ਦਾ ਗਿਣਤੀ ਹੈ। ਫਿਰ ਗਿਣਤੀ ਦੁਬਾਰਾ 1 ਤੋਂ ਸ਼ੁਰੂ। ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ। 1 ਤੁਕੇ ਪਦਾ, ਪਦਾ ਖਤਮ। ਘਰ ਤੀਜਾ ਜਨਮ ਪਵੰਤੇ ਨਰਕ ਪੜੰਤੇ ਤਿਨਹ ਕੇ ਕੁਲ ਉਦਾਰੇ। ਘਰ ਤੀਜਾ ਕੋਈ ਨਾ ਜਾਣੇ ਕੋਈ ਨਾ ਮਾਨੇ ਦਿਲਾਵਾ ਸੇ ਪ੍ਰਗਟ ਹਰ ਦੁਆਰੇ। ਘਰ ਤੀਜਾ ਕਵਨ ਉਪਮਾ ਦਿਓ ਕਵਨ ਵਡਾਈ ਨਾਨਕ ਖਿਨ ਖਿਨ ਵਾਰੇ। ਘਰ ਤੀਜਾ ਅੰਗ 406। ਘਰ ਤੀਜਾ, ਠੀਕ ਹੈ ਜੀ। ਆਪਣੇ ਸਾਰਾ ਸਿਸਟਮ 'ਚ ਅੱਗੇ ਚੱਲਦੇ ਹਾਂ। ਅੰਗ 407 ਘਰ ਚੌਥਾ, ਪਰ ਰਹਾਉ ਪਹਿਲਾ, ਇਹ ਚੌਥੇ 'ਚ ਨਹੀਂ ਹੋ ਸਕਦਾ। ਉਹ ਕਿਵੇਂ ਹੋਏਗਾ? ਉਹ ਨੇਹੋ ਨੇ ਵੇਲਾ ਆਪਣੇ ਪ੍ਰੀਤਮ ਸੇ ਉਹ ਲਾਗ ਰਹਾ। ਘਰ ਪਹਿਲੇ ਦੀ ਬਾਤਾਂ, ਰਹਾਉ ਖਤਮ। ਹੁਣ ਆ ਗਿਆ ਜੋ ਪ੍ਰਭ ਭਾਵੈ ਦਿਲਾਵਾ ਜਨਮ ਨਾ ਆਵੈ। 1 2 ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ। 2 + 2 4। ਘਰ ਚੌਥਾ। ਘਰ ਚੌਥੇ ਦਾ ਦੂਸਰਾ ਪਦਾ ਪ੍ਰਭ ਸੰਗ ਮਿਲੀ ਜੈ ਇਹ ਮਨ ਦੀਜੈ ਨਾਨਕ ਨਾਮ ਮਿਲੈ ਆਪਣੀ ਦਇਆ ਕਰੋ।
2 ਜਮਾ 2 4। ਇੱਕ ਇਹ ਸ਼ਬਦ ਘੱਟੋ ਘੱਟ, ਕਿਉਂਕਿ ਰਹਾਓ ਪਹਿਲਾ ਹੈ ਤੇ 2 ਘੱਟੋ ਘੱਟ ਅੰਤਰੇ ਹੋਣਗੇ, 2 ਅੰਤਰੇ ਹੈ। ਅਗਲਾ ਸ਼ਬਦ ਜੀ ਘਰ ਪੰਜਵੇਂ ਦਾ, ਕਿਉਂਕਿ ਇਹਦੇ ਚ ਰਹਾਓ ਪਹਿਲਾ ਨਹੀਂ ਹੈ, ਇਸ ਕਰਕੇ ਇੱਥੇ ਪਹਿਲੇ ਚ ਹੀ ਪੜਤਾਲ ਹੋ ਸਕਦੀ ਹੈ। 408, ਕਿਉਂਕਿ ਪਹਿਲਾ ਹੈ ਜਿਹੜਾ ਕਿ ਰਿਹਾ ਹੋਇਆ ਹੈ, ਨਾ ਕਿ ਦੂਜਾ, ਜਦ ਕਿ ਰਹਾਓ ਦੂਜੇ ਤੇ ਲਿਖਿਆ। ਆਪਾਂ ਦੇਖਦੇ ਹਾਂ, ਦੂਜੇ ਤੋਂ ਸ਼ੁਰੂ ਕਰਦੇ ਹਾਂ। ਲੋਭ ਵਿਖਿਆ ਵਿਖੇ ਲਾਗੇ, ਹਿਰ ਵਿਤ ਚਿਤ ਦੁਖਾਈ। 3, ਖਿਨ ਭੰਗਨਾ ਕੈ ਮਾਨ ਮਾਤੇ, ਅਸਰ ਜਾਣ ਹੈ ਨਾ। 3 ਜਮਾ 2 ਘਰ 5। वेद शास्त्र जन पुकार है, सुनै नाही डोरा। 3 कर। निपट बाजी हार मूका, पछतायो मन भोरा। 3 जमा 2 कर 5। दान सगल गैर वजह भरिया, दीवान लेखै न परिया। जिह कारज रह ओला, सोहे काम न करिया। 3 जमा 2 5 कर। ऐसो जग मोए गुर दिखायो, तो एक कीरत गाया। मान तान तज सियानप, शरण नानक आया। 2 जमा 3 कर 5। तो ये सारा 5वां। बिकार माया माद सोयो, सूझ बूझ ना आवे। पकड़ के जम उठायो, तद ही कर जावे। ਇਹਦੇ 5 नहीं बनती, ਇਹਦਾ 1, ਇਹਦੇ 2, ਇਹ ਘਰ ਪਹਿਲੇ ਦਾ। तो ਇਹ ਹੈ ਰਿਹਾ ਹੋਇਆ। ਇਹਨੂੰ ਆਪਾਂ ਅੱਗੋਂ ਵਿਚਾਰਦੇ ਹਾਂ। ਹੁਣ ਇਹ ਘਰ 7ਵੇਂ ਦਾ ਔਰ ਪਹਿਲਾ ਰਹਾਓ ਦਾ, ਇਸ ਕਰਕੇ ਇਹ ਘਰ ਪਹਿਲੇ 'ਚ ਹੈ। ਹਰ ਹਰ ਮਨ ਪਿਆਰ ਹਾਂ, ਗੁਰ ਕਹਿਆ ਸੋ ਚਿਤ ਧਰ ਹਾਂ। ਅਨਸਿਓ ਤੋਰ ਫੇਰ ਹਾਂ, ਐਸੇ ਲਾਲਨ ਪਾਏ ਹੋਰੀ ਸਕੀ। ਘਰ ਪਹਿਲਾ ਰਹਾਓ ਹੋ ਗਿਆ। ਹੁਣ ਸਾਡੇ 7ਵੇਂ ਘਰ ਦਾ 7 ਬਣਨੇ ਚਾਹੀਦੇ। ਪੰਕਜ ਮੋ ਸਰ ਹਾਂ, ਪਗ ਨਹੀਂ ਚਲੇ ਹਰ ਹਾਂ। ਗਹੜਿਓ ਮੂੜ ਨਰ ਹਾਂ, ਅਨਨ ਉਪਾਵ ਕਰ ਹਾਂ। ਤਉ ਔਂਕੜ ਨਿਕਸੈ, ਸਰਨ ਪੈਰੀ ਸਕੀ। ਇਹ 3 ਕਰ। तो 4 जमा 3 कर सकते। थिर थिर चित थिर हाँ, बन ग्रह समसर हाँ। अंतर एक पिर हाँ, बाहर अनेक तर हाँ। राजन जोग कर हाँ, कहो नानक हमेशा ही कर। लोग अलोगी री सखी। 6 तो के कर 7। 14 ਤੋਂ 17 ਜਿਹੜੇ ਘਰ ਨੇ, ਇਸ ਦੀ ਜਿਹੜੀ ਇਹਦੀ ਇੰਟਰਪ੍ਰੀਟੇਸ਼ਨ ਹੈ, ਇਹ ਬਾਕੀਆਂ ਤੋਂ ਹਟ ਕੇ ਹੈ। ਆਪਾਂ ਹਾਲੇ ਹੋਰ ਕੁਝ ਨਹੀਂ ਕਹਿੰਦੇ, ਅਸੀਂ ਇੰਨਾ ਕਹੀਏ 14 ਤੋਂ 17 ਜਿਹੜੇ ਇਹਨਾਂ ਅੰਗਾਂ ਵਾਲੇ ਨੇ, 405 ਤੋਂ ਲੈ ਕੇ 409 ਤੱਕ। 14 ਨੂੰ 4 ਇੰਟਰਪ੍ਰੀਟ ਕੀਤਾ ਜਾਵੇ, 15 ਦੇ 5 ਘਰ ਬਣਨਗੇ, 16 ਦੇ 6 ਬਣਨਗੇ, 17ਵੇਂ ਦੇ 7 ਬਣਨਗੇ। ਔਰ ਇਸ ਘਰ ਬਣਨ ਤੋਂ ਹੀ ਪਤਾ ਲੱਗ ਰਿਹਾ ਕਿ ਕੁਝ ਹੋਇਆ ਹੈ। ਨਹੀਂ ਤਾਂ 14 12 8 7 ਹੁੰਦਾ। ਆਪਾਂ ਪਹਿਲੇ ਗੱਲ ਕੀਤੀ ਹੈ ਕਿ ਗੁਰੂ ਸਾਹਿਬ ਨੇ ਬੱਝਤਾ ਗੁਰਬਾਣੀ ਨੂੰ, ਤੁਕਾਂ ਤਾਂ ਬੱਝੀਆਂ ਗਈਆਂ, ਸਿਰਲੇਖ ਤਾਂ ਫਲੋਟਿੰਗ ਨੇ ਨਾ। ਦੂਜੇ ਦਾ 12 ਬਣਾਉਣ 'ਚ ਕਿੰਨਾ ਲੱਗਦਾ? ਇੱਕ ਹੀ ਲੱਗਦਾ ਨਾ। ਤੇ ਤੀਜੇ ਦਾ 13, ਚੌਥੇ ਦਾ 14, ਪੰਜਵੇਂ ਦਾ 15, 6, ਉਸ ਤੋਂ ਬਾਅਦ 7ਵਾਂ ਆਇਆ, 7ਵੇਂ ਦਾ 17, 16 ਕਿਤੇ ਹੋਰ ਹੈ, ਉਹ ਵੀ ਕੀਤਾ। ਇਸੇ ਲੜੀ 'ਚ ਸਭ ਕੁਝ ਆਸਾ ਰਾਗ 'ਚ ਹੀ ਹੋਇਆ। ਤੋ ਇਹ, ਪਰ ਅਸੀਂ ਇਸ ਗੱਲ ਦੀ ਤਾਂ ਕਿ ਆਉਂਦਿਆਂ ਸਮਝਦਿਆਂ ਜਦੋਂ ਪੰਥਕ ਤੌਰ 'ਤੇ ਇਹਦੇ ਬਾਰੇ ਫੈਸਲਾ ਕੋਈ ਲਿਆ ਜਾਊਗਾ ਤੇ ਲਿਆ ਜਾਊਗਾ। ਫਿਲਹਾਲ ਅਸੀਂ ਕੀ ਕਹਿੰਦੇ ਹਾਂ ਕਿ ਹੁਣ ਤੱਕ ਦੇ ਜਿਹੜੇ ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ, ਚੌਥਾ 13ਵਾਂ 12ਵਾਂ, ਸਿਰਫ ਇਹਨਾਂ 1 2 3 4 5 ਅੰਗਾਂ ਵਿੱਚ 14 ਨੂੰ ਵਿੱਚ 4 ਘਰ ਹੋਣਗੇ, 15 'ਚ 5 ਹੋਣਗੇ, 16 'ਚ 6 ਹੋਣਗੇ, 17 'ਚ 7 ਹੋਣਗੇ। ਯੂਨੀਕ ਇੰਟਰਪ੍ਰੀਟੇਸ਼ਨ ਓਨਲੀ ਫॉर 5 ਅੰਗ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ। ਇਹਨੂੰ ਹਾਲੇ ਇਸ ਤਰ੍ਹਾਂ ਕਹਿੰਦੇ। ਪਰ ਹੋਇਆ ਕੀ ਹੈ? ਉਹ ਰਾਈਟਿੰਗ ਔਨ ਦਾ ਵਾਲ ਹੈ।
ਠੀਕ ਹੈ ਜੀ। ਪਰ ਕਿਉਂਕਿ ਇਹ ਆਪਾਂ ਸਰਬੱਤਰ ਦੇ ਨਾਲ ਜਦੋਂ ਇਹ ਗੱਲ ਕਰਨੀ ਹੈ, ਇਹਨੂੰ ਇਸ ਤਰ੍ਹਾਂ ਆਪਾਂ ਇਹ ਕਹਿੰਦੇ ਹਾਂ। ਤਾਂ ਇਹ ਇਸ ਬਾਰੇ ਸਾਰਾ ਘਰ ਤਾਲ ਆਧਾਰਿਤ ਨਹੀਂ ਹੈ। ਇਹਦਾ ਪ੍ਰਸ਼ਨ ਦਾ ਉੱਤਰ ਤਾਂ ਗੁਰੂ ਗ੍ਰੰਥ ਸਾਹਿਬ 'ਚ ਹੈ। ਜਦੋਂ ਗੁਰੂ ਗ੍ਰੰਥ ਸਾਹਿਬ 'ਚ ਪੜਤਾਲ ਕਰ ਤੀਜਾ, ਪੜਤਾਲ ਕਰ ਪੰਜਵਾਂ, ਪੜਤਾਲ ਕਰ ਛੇਵਾਂ, ਪੜਤਾਲ ਕਰ ਨੌਵਾਂ ਅਤੇ ਪੜਤਾਲ ਕਰ 13ਵਾਂ ਦਰਜ ਕਰਤਾ ਪਾਤਸ਼ਾਹ ਨੇ, ਤਾਲ ਦਾ ਚੈਪਟਰ ਤਾਂ ਉਸੇ ਦਿਨ ਡੈਡ ਹੋ ਗਿਆ, ਖਤਮ। ਜਦੋਂ ਪੜਤਾਲ ਇੱਕ ਤੋਂ ਵੱਧ ਤਾਲਾਂ 'ਚ ਹੁੰਦੀ ਹੈ ਤੇ ਉੱਪਰ ਘਰ ਦਰਜ ਹੋ ਗਿਆ। ਇਹਦਾ ਮਤਲਬ ਸਣੇ ਸਾਰੀਆਂ ਤਾਲਾਂ ਦੇ ਆ ਘਰ ਹੈ, ਤੇ ਕੱਲੀ ਕੱਲੀ ਤਾਲ ਦਾ ਉਹ ਘਰ ਕਿਸ ਤਰ੍ਹਾਂ ਹੋ ਸਕਦਾ ਹੈ? ਨਹੀਂ ਹੋ ਸਕਦਾ ਹੈ। ਤੇ ਨਾਲੇ ਬੜੇ ਪੜਾਅ ਨੇ, ਬੜੇ ਪ੍ਰਸ਼ਨ ਨੇ, ਯਾਨੀ ਜਿਹੜੇ ਕਿ ਆਪਣਾ ਸਿਰਫ ਹੋਏ ਉਹ ਤਾਂ ਗੱਲਾਂ ਹੋਰ ਨੇ। ਹਾਲੇ ਤਾਂ ਆਪਾਂ ਉਹ ਸਰਾਬ, ਇਹ ਨਹੀਂ ਕਿ ਆਪਾਂ ਹੋਰ ਤਰ੍ਹਾਂ ਕੁਝ ਦੇਖਿਆ ਤੇ ਉਹ ਵੀ ਵਿਚਾਰ ਹੈਗਾ, ਆਪਾਂ ਇਸ ਤਰ੍ਹਾਂ ਵੀ ਦੇਖਿਆ। ਜਦੋਂ ਪੜਤਾਲ ਨੂੰ ਗੁਰੂ ਸਾਹਿਬ ਨੇ ਕਰ ਦੇਤਾ, ਜਦੋਂ ਪੜਤਾਲ ਕਰ ਤੀਜਾ ਲਿਖਤਾ, ਅੰਕਤ ਦਰਜ ਹੋ ਗਿਆ, ਨਿਰਦੇਸ਼ ਹੋ ਗਿਆ, ਪੜਤਾਲ ਕਰ ਤੀਜਾ, ਤਾਲ ਘਰ ਹੋ ਸਕਦਾ ਹੈ, ਉਸ ਦਿਨ ਮਿਟ ਜਾਣਾ ਚਾਹੀਦਾ ਸੀਗਾ। ਉਸ ਦਿਨ ਨਹੀਂ, ਜਿਸ ਦਿਨ ਪਹਿਲਾ ਵਾਰੀ ਪੜ੍ਹਿਆ ਸੀਗਾ, ਜਦੋਂ ਉਸ ਅੰਕ ਤੇ ਸਹਿਜ ਪਾਠ ਕਰਦੇ ਆਏ ਸੀ ਨਾ, ਪੜਤਾਲ ਕਰ ਨੌਵਾਂ, ਪੜਤਾਲ ਕਰ ਤੀਜਾ, ਉਸ ਦਿਨ ਤਾਲ ਨੂੰ ਅਸੀਂ ਉਹਦਾ ਭੋਗ ਪੈਣਾ ਚਾਹੀਦਾ ਸੀਗਾ। ਉਸ ਤੋਂ ਬਾਅਦ ਵੀ ਅਸੀਂ ਕਰ ਰਹੇ ਹਾਂ ਉਹ ਇਹ ਗੱਲ, ਇਸ ਨੂੰ ਹੋਰ ਤਰ੍ਹਾਂ ਇੰਟਰਪ੍ਰੇਟ ਕਰਕੇ। ਘਰ ਰਾਗ ਆਧਾਰਿਤ ਨਹੀਂ ਹੈ, ਬਿਲਕੁਲ ਨਹੀਂ ਹੈ। ਦੇਖੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜੀ, ਆਹ ਦੇਖੋ ਨਾ, ਪਹਿਲਾ ਰਾਗ ਸ੍ਰੀ ਰਾਗ, ਘਰ ਪਹਿਲਾ, ਸ੍ਰੀ ਰਾਗ ਵਿੱਚ ਹੀ ਘਰ ਦੂਜਾ, ਸ੍ਰੀ ਰਾਗ ਵਿੱਚ ਹੁਣ ਸ੍ਰੀ ਰਾਗ ਪਹਿਲਾ ਹੈ ਕਿ ਦੂਜਾ ਹੈ ਕਿ ਤੀਜਾ ਕਿ ਚੌਥਾ ਕਿ ਪੰਜਵਾਂ ਕਿ ਛੇਵਾਂ ਕਿ ਸੱਤਵਾਂ ਹੈ? ਇਹ ਸਾਰੇ ਘਰ ਇੱਕੋ ਰਾਗ ਵਿੱਚ ਤਾਂ ਹੈਗੇ ਨੇ। ਫਿਰ ਇਹੀ ਘਰ ਪਹਿਲਾ ਦੂਜਾ ਰਾਗ ਮਾਝ ਵਿੱਚ ਪਹਿਲਾ ਤੀਜਾ ਚੌਥਾ, ਇਹ ਪਹਿਲੇ 3 ਵਾਲੇ ਰਾਗ ਲਏ ਨੇ। ਰਾਗ ਤਾਂ ਆਪ ਜੀ ਨੇ ਦੱਸਿਆ 31 ਰਾਗ ਜਿਸ ਤਰ੍ਹਾਂ ਹੈ। ਹੁਣ 31 ਰਾਗਾਂ ਵਿੱਚ ਤਾਂ ਬਾਰੰਬਾਰ ਆਉਣਗੇ। ਹੁਣ ਆਹ ਘਰ ਪਹਿਲਾ ਦੂਜਾ ਤੀਜਾ ਚੌਥਾ ਗੌੜੀ ਰਾਗ ਵਿੱਚ ਵੀ ਹੈ, ਪਹਿਲੇ 3 ਰਾਗ ਲਏ ਨੇ ਹਾਲੇ। ਜਦੋਂ ਉਹੀ ਘਰ ਬਾਰੰਬਾਰ ਦੂਜੇ ਰਾਗਾਂ 'ਚ ਆਉਂਦੇ ਨੇ ਤੇ ਰਾਗ ਦਾ ਕਰਨਾ ਕੀ ਸੰਬੰਧ ਹੋ ਸਕਦਾ? ਤਾਂ ਇਸ ਦੇ ਨਾਲ ਆਪਾਂ ਸਾਰੇ ਸਹਿਮਤ ਹਾਂ ਕਿ ਨਹੀਂ, ਕਿ ਨਾ ਕਰ ਤਾਲ ਹੈ ਤੇ ਨਾ ਕਰ ਰਾਗ ਹੈ। ਇੱਕ ਹੋਰ ਗੱਲ ਜਿਹੜੀ ਚੱਲੀ ਸੀ ਕਿ ਰਾਗ ਕੋਈ ਸੁਰ ਹੈ। ਸੁਰ ਜਿਹੜੇ ਨੇ, ਸੰਗੀਤ ਦੇ ਵਿਦਿਆਰਥੀ ਆਪਾਂ ਸਾਰੇ ਜਾਣਦੇ ਹਾਂ। ਅੱਜ ਅਸੀਂ ਕਿਸੇ ਬੱਚੇ ਨੂੰ ਨਾ ਈਵਨ ਦੱਸਿਆ ਵੀ ਨਹੀਂ ਜਾਂਦਾ ਕਿ ਗ੍ਰਹਿ ਸੁਰ। ਅੱਜ ਜਿਹੜੇ ਕੀਰਤਨ ਸਿਖਲਾਈ ਕਰਾਉਂਦੇ ਨੇ, ਗੁਰਮਤਿ ਸੰਗੀਤ ਸਿਖਲਾਈ ਕਰਾਉਂਦੇ ਨੇ, ਉਹ ਦੱਸਦੇ ਨੇ ਵਾਦੀ ਸੁਰ, ਜਿਹੜਾ ਸੁਰ ਸਭ ਤੋਂ ਵੱਧ ਜਿਸਦਾ ਪ੍ਰਯੋਗ ਹੁੰਦਾ ਹੈ ਰਾਗ ਵਿੱਚ, ਵਾਦੀ ਸੁਰ। ਫਿਰ ਅਸੀਂ ਦੱਸਦੇ ਹਾਂ ਸੰਵਾਦੀ ਸੁਰ, ਨੰਬਰ 2 ਤੇ ਜਿਹੜਾ ਅਸੀਂ ਪ੍ਰਯੋਗ ਕਰਦੇ ਹਾਂ। ਤੀਸਰਾ ਦੱਸਦੇ ਹਾਂ ਅਸੀਂ ਵਰਜਤ ਸੁਰ। ਇਹ ਵਾਲਾ ਸੁਰ ਇਸ ਰਾਗ ਵਿੱਚ ਬਿਲਕੁਲ ਨਹੀਂ ਚਲਾਉਣਾ। ਆਪਾਂ ਇਸ ਤੋਂ ਇਲਾਵਾ ਅਸੀਂ ਦੱਸਦੇ ਹਾਂ ਪਕੜ ਕੀ ਹੈ ਰਾਗ ਦੀ, ਆਰੋਹ ਕੀ ਹੈ, ਅਵਰੋਹ ਕੀ ਹੈ, ਰਾਗ ਦਾ ਸਮਾਂ ਕੀ ਹੈ, ਇਹਦਾ ਥਾਟ ਕੀ ਹੈ। ਇਹ ਹੈ। ਕੋਈ ਕਦੀ ਕਿਸੇ ਨੇ ਗ੍ਰਹਿ ਸੁਰ ਦੱਸਿਆ? ਇਹ ਗ੍ਰਹਿ ਸੁਰ ਦੀ ਥਿਓਰੈਟੀਕਲੀ ਗਲਤ ਹੈ। ਕਿਸ ਤਰ੍ਹਾਂ? ਸ੍ਰੀ ਰਾਗ ਦੀ ਆਪਾਂ ਗੱਲ ਕਰਦੇ ਹਾਂ। ਮੈਂ ਇਸ ਨੂੰ ਮਾ ਪਾ ਧਾ ਪਾ ਤੋਂ ਸ਼ੁਰੂ ਕਰ ਲਾਂ, ਮਾ ਦਾ ਪਾ ਕਰ ਲਾਂ, ਧਾ ਮਾ ਪਾ ਰੇਸਾ ਕਰ ਲਾਂ। ਗ੍ਰਹਿ ਸੁਰ ਹੁੰਦਾ ਕੀ ਹੈ? ਜਿਸ ਸੁਰ ਤੋਂ ਗਾਇਨ ਸ਼ੁਰੂ ਹੁੰਦਾ, ਇਹੀ ਹੈ ਨਾ ਜੀ। ਦੇਖੋ ਤੁਸੀਂ ਵੀ ਗਾ ਰਹੇ ਹੋ ਸ੍ਰੀ ਰਾਗ, ਮੈਂ ਵੀ ਗਾ ਰਿਹਾ ਸ੍ਰੀ ਰਾਗ, ਜ਼ਰੂਰੀ ਤਾਂ ਨਹੀਂ ਆਪਾਂ ਇੱਕੋ ਸੁਰ ਤੋਂ ਸ਼ੁਰੂ ਕਰੀਏ। ਇਹ ਤਾਂ ਮਤਲਬ ਮੁੱਢੋਂ ਗਲਤ ਹੈ। ਇਸੇ ਕਰਕੇ ਇਹ ਤੁਰਿਆ ਨਹੀਂ ਅੱਗੇ। ਅੱਜ ਕੋਈ ਨਹੀਂ ਦੱਸਦਾ, ਸਿਆਣਪ ਕਰਦੇ ਨੇ। ਤੁਸੀਂ ਮਾਝ ਰਾਗ ਨੂੰ ਸ਼ੁਰੂ ਕਰੋ, ਮੈਂ ਸ਼ੁਰੂ ਕਰਾਂ, ਜ਼ਰੂਰੀ ਆਪਾਂ ਇੱਕੋ ਸੁਰ ਤੋਂ ਕਰਾਂਗੇ? ਆਪਣੇ ਆਪਣੇ। ਅੱਛਾ, ਫਿਰ ਹਰ ਸੁਰ ਦਾ ਆਪਣਾ ਸਰੂਪ ਹੈ ਕਿ ਕੋਈ ਰਾਗ ਜਿਹੜੇ ਨੇ ਆਪਾਂ ਉਸ 'ਚ ਬਹੁਤਾਂ ਅੱਗੇ ਨਹੀਂ ਜਾਂਦੇ, ਪਰ ਆਪਾਂ ਉਪਰਾ ਕਈ ਮੰਦਰ 'ਚ ਗਾਏ ਜਾਂਦੇ ਨੇ, ਕਈ ਤਾਰ 'ਚ ਗਾਏ ਜਾਂਦੇ ਨੇ, ਕਈ ਮੱਧ 'ਚ ਗਾਏ ਜਾਂਦੇ ਨੇ। ਹੁਣ ਉਹ ਮੱਧ ਵਾਲੇ ਨੂੰ ਤੁਸੀਂ ਅਲਾਟ ਕਰਤਾ ਤਾਰ ਸਭ ਤੱਕ, ਕੀ ਬਣੂਗਾ ਉਹਦਾ? ਗਾ ਨਹੀਂ ਸਕਦੇ। ਨਾਲੇ ਇਹ ਤਾਂ ਕਿੰਨਾ ਹੀ ਮਤਲਬ, ਇਹ ਕਿਸੇ ਇਹੋ ਜਿਹੇ ਬੰਦੇ ਦੀ ਕੋਈ ਗੱਲ ਹੈ ਜਿਹਨੂੰ ਮਤਲਬ ABC ਜਿਹੜੀ ਨਾ ਸੰਗੀਤ ਦੀ ਨਹੀਂ ਆਉਂਦੀ। ਤੇ ਸੰਗੀਤ ਦੇ ਬੰਦੇ ਸੁਣ ਕਿਵੇਂ ਰਹੇ ਨੇ ਇਸ ਗੱਲ ਨੂੰ? ਇਹ ਮੈਂ ਉਹਦੀ ਕਿਤਾਬ 'ਚ ਲਿਖਿਆ, ਜਿਹੜੀ ਇਹਦੀ ਇੰਗਲਿਸ਼ ਟਰਾਂਸਲੇਸ਼ਨ ਦੁਬਾਰਾ ਕੀਤੀ, ਉਹ 'ਚ ਮੈਂ ਲਿਖਿਆ ਵੀ ਇਹ
ਤਾਂ ਬੇਸਿਕ ਸਕਰੂਟਨੀ ਜਿਹੜੀ ਹੈ ਇਹ ਘਰ ਦੀਆਂ ਜਿਹੜੀਆਂ ਪ੍ਰਚਲਿਤ ਕਿਆਸ ਰਹੀਆਂ ਨੇ, ਇਹ ਉਹਨਾਂ ਨੂੰ ਉੱਤੇ ਖੜ ਨਹੀਂ ਸਕਦੀਆਂ, 1 ਮਿੰਟ ਨਹੀਂ ਖੜ ਸਕਦੀਆਂ। ਤਾਲ ਨੂੰ ਆਪਾਂ 1 ਮਿੰਟ ਨਹੀਂ ਚੱਲ ਸਕੇ, ਰਾਗ ਨੂੰ ਨਹੀਂ ਚੱਲ ਸਕੇ, ਸੁਰ ਨੂੰ ਨਹੀਂ ਦੇਖ ਸਕਦੇ। ਇਹ ਤੁਰੀਆਂ ਕਿਵੇਂ ਫਿਰਦੀਆਂ ਹਾਲੇ ਤੱਕ? ਇਹ ਗੂਗਲ 'ਤੇ ਵੀ ਨੇ ਅਤੇ ਵੈਬਸਾਈਟਾਂ 'ਤੇ ਵੀ ਨੇ। ਘਰ ਤਾਲ ਹੁੰਦਾ, ਘਰ ਰਾਗ ਹੁੰਦਾ, ਘਰ ਸੁਰ ਹੁੰਦਾ। ਇਹ ਤਾਂ ਲੀਕ ਵਜੋਂ ਵੀ ਨੇ, ਤਾਂ ਬਿੰਦੀ ਵੀ ਨਹੀਂ ਹੈ ਵੀ ਇਹਦੇ ਬਾਰੇ ਕੋਈ ਲੀਕ ਵੱਡੀ ਖਿੱਚਣ ਦੀ ਲੋੜ ਨਹੀਂ ਕੋਈ। ਸੋ ਇਸ ਕਰਕੇ ਇਹਨੂੰ ਇੱਥੇ ਹੀ ਆਪਾਂ ਖਤਮ ਕਰਦੇ ਹਾਂ। ਸੇਵਾ ਆਪ ਦੇ ਚਰਨਾਂ ਵਿੱਚ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।